जगतांत भयानक रूपा, नासा करण बने तम कूपा। वाहिगुरु जी का खालसा, वाहिगुरु जी की फतेह। गुरु दर ते हाजर, गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठे सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है प्रसंग है। सतगुरु जी सनातन मत दे जो तीर्थ स्थान ने इह तां असीं गुरबाणी विचों भी पढ़ते हाँ 860 तीर्थ सगल पुन जी दया प्रवान। इहदी जे टोटल गिनती करिए तो बनती 68 शब्द भी इस तरह ही 8 ते 60। अगर 8 नूं 60 के नाल तुसी जमा करोगे तो 68 हो जाएगा 68। सतगुरु जी ननकाना साहब तो चले ने जिसनूं उस वेले राय पोए दी तलवंडी कहा जाता सी। कुरुक्षेत्र हरिद्वार वृंदावन अयोध्या कांशी सतगुरु जगन्नाथपुरी तो भी अगे चले गए। समुंदर दे कंडे कंडे कुछ समा गए ने फिर सतगुरु एक बड़े संघने जंगल में चले गए जिथे बड़ी भयानक हनेरी आउंदी है। भाई मरदाना तो इतना डर गया कि कपड़ा लैके अपना मुंह ढक के जमीन ते लेट गया।
ਔਰ ਇਹ ਗੱਲ ਵੀ ਆਖੀ ਹੈ ਕਿ ਸ਼੍ਰੀ ਨਾਨਕ ਸੋ ਬਚਨ ਉਚਾਰੇ ਵੱਡ ਉਦਿਆਨ ਆਣ ਕੇ ਮਾਰੇ। ਕਹਿਣ ਲੱਗਾ ਮਹਾਰਾਜ ਇਸ ਵੱਡੇ ਤੂਫਾਨ ਨੇ ਤੇ ਮਾਰ ਹੀ ਲਿਆ। ਪੰਜਾਬ ਤੋਂ ਅੱਗੇ ਸ਼੍ਰੀ ਗੰਗਾ ਨਗਰ ਤੋਂ ਇੱਕ ਟ੍ਰੇਨ ਜਾਂਦੀ ਹੈ ਬੰਬੇ, ਉਹਦਾ ਨਾਂ ਹੈ ਉਦਿਆਨ ਆਬਾ। ਤੋ ਇੱਥੇ ਉਦਿਆਨ ਕਹਿ ਦਿਓ, ਉਹਨੂੰ ਤੂਫਾਨ ਮੇਲ ਵੀ ਕਹਿੰਦੇ ਪੰਜਾਬੀ 'ਚ। ਤੋ ਕਵੀ ਜੀ ਇੱਥੇ ਲਿਖਦੇ ਨੇ ਕਿ ਭਾਈ ਮਰਦਾਨਾ ਕਹਿਣ ਲੱਗਾ ਬਾਬਾ ਆ ਜਿਹੜਾ ਉਦਿਆਨ ਆਇਆ, ਇਹ ਜਿਹੜਾ ਤੂਫਾਨ ਆਇਆ ਇਸ ਨੇ ਤੇ ਮਾਰ ਹੀ ਲਿਆ। ਸ਼੍ਰੀ ਨਾਨਕ ਸੋ ਬਚਨ ਉਚਾਰੇ ਵੱਡ ਉਦਿਆਨ ਆਣ ਕੇ ਮਾਰੇ, ਗੋਰ ਕਫਨ ਤੇ ਪੀ ਹੋ ਰਹਾ। ਇੱਥੇ ਤਾਂ ਬਾਬਾ ਮੈਨੂੰ ਨਾ ਮਿਲਣੀ ਹੈ ਕਬਰ, ਤੇ ਨਾ ਹੀ ਮੈਨੂੰ ਮਿਲਣਾ ਹੈ ਕੋਈ 2-4 ਮੀਟਰ ਕੱਪੜਾ ਕਫਨ। ਬਿਨਾਂ ਕਫਨ ਤੋਂ ਮਰਾਂਗਾ ਤੇ ਮੈਨੂੰ ਕੋਈ ਕਬਰ ਵਿੱਚ ਦਫਨਾਵੇਗਾ ਵੀ ਨਹੀਂ, ਕਿਉਂਕਿ ਉਹਦੇ ਪਿੱਛੇ ਇੱਕ ਹੋਰ ਮਨੌਤ ਹੈ ਕਿ ਕਬਰਾਂ ਵਿੱਚ ਜਿਹੜੇ ਦੱਬੇ ਮੁਸਲਮਾਨ ਨੇ, ਜਦੋਂ ਕਿਆਮਤ ਦਾ ਦਿਨ ਆਏਗਾ ਹਜ਼ਰਤ ਮੁਹੰਮਦ ਸਾਹਿਬ ਧਰਤੀ ਤੇ ਆਉਣਗੇ, ਉਹ ਜਿਹੜੇ ਸੱਚੇ ਸੁੱਚੇ ਮੁਸਲਮਾਨ ਕਬਰਾਂ ਵਿੱਚ 5 ਵਕਤ ਦੇ ਨਮਾਜ਼ੀ ਪਏ ਨੇ, ਉਹਨਾਂ ਸਾਰਿਆਂ ਨੂੰ ਜੀਵਤ ਕਰਨਗੇ, ਆਬੇ ਹਜਾਤ ਦੇਣਗੇ, ਉਹ ਫਿਰ ਜਿਉਂਦੇ ਹੋ ਜਾਣਗੇ। ਇਹ ਮਨੌਤ ਕਹਿ ਦਈਏ, ਇੱਦਾਂ ਦੀ ਇੱਕ ਆਸਥਾ ਕਹਿ ਦਈਏ, ਇਹ ਸਦੀਆਂ ਹੋ ਗਈਆਂ ਇਸੇ ਤਰ੍ਹਾਂ ਹੀ ਇਹ ਸਭ ਕੁਝ ਚੱਲੀ ਜਾਂਦਾ ਹੈ। ਭਾਈ ਮਰਦਾਨਾ ਕਹਿੰਦਾ ਬਾਬਾ ਮੈਨੂੰ ਤਾਂ ਕਫਨ ਵੀ ਨਹੀਂ ਮਿਲਣਾ, ਕਬਰ ਵੀ ਨਹੀਂ ਮਿਲਣੀ। ਸਤਿਗੁਰਾਂ ਨੇ ਸਮਝਾਇਆ ਕਿ ਕਿਉਂ ਤੂੰ ਭਇਓ ਅਧੀਰ ਕਨੇਰੇ, ਨਹੀਂ ਸਮੀਪ ਆਏ ਕਿਛ ਤੇਰੇ। ਮਰਦਾਨਿਆ ਤੇਰੇ ਨੇੜੇ ਕੋਈ ਨਹੀਂ ਆਉਂਦਾ, ਜੋ ਆਉਂਦਾ ਚੱਲੀ ਜਾਣ ਦੇ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਮੈਂ ਕੰਬ ਰਿਹਾ, ਤੇਜ ਹਨੇਰੀ ਕਰਕੇ ਮੌਸਮ ਜਿਹੜਾ ਸੀ ਉਹ ਹੋਰ ਠੰਡਾ ਹੋ ਗਿਆ ਹੋਏਗਾ। ਆਖਿਆ ਜੀਵ ਲੈਣ ਇਹ ਆਏ ਅੰਧੇਰੀ, ਭਈ ਆਰਬਲ ਪੂਰਨ ਮੇਰੀ। ਆਖਿਆ ਬਾਬਾ ਇਹ ਤਾਂ ਹਨੇਰੀ ਲੋਕਾਂ ਦੀ ਜਾਨ ਲੈਣ ਆਈ ਹੈ, ਤੇ ਮੈਨੂੰ ਲੱਗਦਾ ਵੀ ਮੇਰੀ ਵੀ ਉਮਰ ਪੂਰੀ ਹੋ ਗਈ ਹੈ। ਹਾਂਜੀ। ਪੁਨ ਸੋ ਦੈਤ ਦਹਿ ਧਰਿਆਵਾ, ਸਿਰ ਨਭ ਪਗ ਪਾਤਾਲ ਬਨਾਵਾ। ਪਹਿਲਾ ਹਨੇਰੀ ਚੜੀ ਤਾਂ ਉਹਦਾ ਰੰਗ ਸੀ ਲਾਲ, ਫਿਰ ਉਹਦੇ ਵਿੱਚ ਰੇਤ ਕੰਕਰ ਛੋਟੇ ਛੋਟੇ ਪੱਥਰ ਇਹ ਉੱਡਦੇ, ਇਹ ਤੂਫਾਨ ਮਚਾਉਂਦੇ ਨੇ। ਫਿਰ ਉਸ ਹਨੇਰੀ ਨੇ ਭਿਆਨਕ ਰੂਪ ਬਣਾਇਆ ਕਿ ਵੱਡੇ ਵੱਡੇ ਜਿਹੜੇ ਪੇੜ ਦਰਖਤ ਸੀ ਉਹ ਆਪਣੇ ਨਾਲ ਉਡਾਉਣੇ ਸ਼ੁਰੂ ਕਰ ਦਿੱਤੇ। ਉਹ ਪੁੱਟ ਕੇ ਸੁੱਟਦੀ ਨਹੀਂ ਹੈ, ਆਪਣੇ ਨਾਲ ਲੈ ਉੱਡਦੀ ਹੈ। ਅਜੇ ਇੱਥੋਂ ਸਤਿਗੁਰੂ ਜੀ ਨੇ ਹੌਸਲਾ ਦਿੱਤਾ ਹੀ ਹੈ ਤੇ ਨਵੀਂ ਗੱਲ ਹੋ ਗਈ। ਪੁਨ ਸੋ ਦੈਤ ਦੇਹ ਧਰ ਆਵਾ। ਹੁਣ ਕੀ ਹੋਇਆ, ਇੱਕ ਦੈਤ ਆ ਗਿਆ, ਕੋਈ ਦਿਓ ਆ ਗਿਆ ਜਿਹਦਾ ਬਹੁਤ ਵੱਡਾ ਸਰੀਰ ਹੈ, ਸਿਰ ਨਭ ਪੱਗ ਪਤਾਲ ਬਣਾਵਾ। ਸਿਰ ਉਹਦਾ ਕਹਿੰਦੇ ਨੇ ਆਕਾਸ਼ ਜਿੱਡਾ ਹੈ, ਤੇ ਜਿਹੜੇ ਉਹਦੇ ਪੈਰ ਨੇ ਉਹ ਮਾਨੋ ਕਿ ਪਤਾਲ ਤੱਕ ਨੇ, ਇੰਨੇ ਲੰਬੇ ਨੇ। ਹਾਂਜੀ। ਦੀਰਘ ਦਾਤ ਭਿਆਨਕ ਰੂਪਾ,
ਨਾਸਾ ਕਰਨ ਬਨੇ ਤਮ ਕੂਪਾ। ਇਹਦੇ ਦੰਦ ਬੜੇ ਲੰਬੇ ਨੇ ਤੇ ਡਰਾਉਣਾ ਹੈ। ਫਿਰ ਇਹਦੇ ਨੱਕ ਤੇ ਕੰਨ ਦੀ ਜਿਹੜੀ ਸ਼ਕਲ ਹੈ ਉਹ ਐਵੇਂ ਜਿਵੇਂ ਡੂੰਘੇ ਖੂਹ ਹੁੰਦੇ ਨੇ। ਕੰਨ ਵੀ ਅੰਦਰ ਨੂੰ ਛੇਦ ਹੈ, ਨੱਕ ਦਾ ਵੀ ਇਸੇ ਤਰ੍ਹਾਂ ਹੀ ਅੰਦਰ ਨੂੰ ਛੇਦ ਹੁੰਦਾ ਹੈ। ਪਰ ਇਹਦੇ ਨੱਕ, ਇਹਦੇ ਦੈਂਤ ਦੇ ਜਿਹੜੇ ਕੰਨ ਨੇ ਉਹ ਛੋਟੇ ਨਹੀਂ ਹੈ, ਉਹ ਜਿਵੇਂ ਵੱਡੇ ਵੱਡੇ ਖੂਹ ਹੁੰਦੇ ਨੇ ਨਾ, ਇਸ ਤਰ੍ਹਾਂ ਹੈ। ਹਾਂਜੀ। ਮੁਖ ਉਗਾਰ ਮਰਦਾਨੇ ਦੇਖਾ, ਭਇਓ ਹਿਰਦੇ ਭੈ ਭੀਤ ਵਿਸ਼ੇਖਾ। ਭਾਈ ਮਰਦਾਨੇ ਨੇ ਗੁਰੂ ਜੀ ਦੇ ਬਖਸ਼ੇ ਹੌਸਲੇ ਨਾਲ ਜਦੋਂ ਕੱਪੜਾ ਉਤਾਰਿਆ, ਬਾਹਰ ਵੇਖਿਆ ਤੇ ਕੀ ਦਿਸਿਆ? ਅੱਗੇ ਦੈਂਤ ਹੈ। ਦੈਂਤ ਵੀ ਏਡਾ ਵੱਡਾ ਹੈ ਵੀ ਉਹਦੇ ਪੈਰ ਐਵੇਂ ਜਿਵੇਂ ਪਤਾਲ ਤੱਕ ਹੁੰਦੇ ਨੇ, ਸਿਰ ਐਵੇਂ ਜਿਵੇਂ ਆਕਾਸ਼ ਤੱਕ ਹੁੰਦਾ ਹੈ। ਨੱਕ ਤੇ ਕੰਨ ਐਵੇਂ ਨੇ ਜਿਵੇਂ ਵੱਡੇ ਵੱਡੇ ਡੂੰਘੇ ਡੂੰਘੇ ਖੂਹ ਹੁੰਦੇ ਨੇ। ਮੁਖ ਉਘਾਰ ਮਰਦਾਨੇ ਦੇਖਾ, ਭਇਓ ਹਿਰਦੇ ਭੈ ਭੀਤ ਵਸ਼ੀਖਾ। ਭਾਈ ਮਰਦਾਨੇ ਨੇ ਮੂੰਹ ਤੋਂ ਕੱਪੜਾ ਉਤਾਰਿਆ ਸੀ ਕਿ ਬਾਹਰ ਵੇਖਾਂ ਵੀ ਹਨੇਰੀ ਦਾ ਕੀ ਹਾਲ ਹੈ, ਝੱਖੜ ਦਾ ਕੀ ਹਾਲ ਹੈ, ਤੂਫਾਨ ਦਾ ਕੀ ਬਣਿਆ। ਪਰ ਸਾਹਮਣੇ ਉਹ ਦੈਂਤ ਨਜ਼ਰ ਆ ਗਿਆ। ਹੁਣ ਤਾਂ ਜਿਹੜੀ ਥੋੜੀ ਬਹੁਤੀ ਗੱਲ ਬਚੀ ਸੀ ਉਹ ਵੀ ਗਈ। ਭਾਈ ਮਰਦਾਨਾ ਹੋਰ ਭੈ ਭੀਤ ਹੋ ਗਿਆ ਵੀ ਹਨੇਰੀ ਤੋਂ ਤਾਂ ਬਚੇ, ਇਸ ਦੈਂਤ ਬਲਾ ਤੋਂ ਨਹੀਂ ਬਚਦੇ। ਹਾਂਜੀ। ਕਹੇ ਅੰਧੇਰੀ ਤੇ ਬਚ ਰਹੇ, ਅਬ ਇਹ ਦੈਂਤ ਖਾਵਨੋ ਚਹੈ। ਹਨੇਰੀ ਤੋਂ ਤਾਂ ਬਾਬਾ ਨਾਨਕ ਤੂੰ ਮੈਨੂੰ ਬਚਾ ਲਿਆ, ਆ ਦੈਂਤ ਤੋਂ ਕੌਣ ਬਚਾਏਗਾ? ਇਹ ਤੇ ਖਾ ਲੇਗਾ ਮੈਨੂੰ। ਤੂੰ ਤੇ ਰੱਬ ਦਾ ਰੂਪ ਹੈ, ਤੈਨੂੰ ਤਾਂ ਕੋਈ ਕਹਿੰਦਾ ਕੁਛ ਨਹੀਂ ਹੈ। ਆਪਦਾ ਮੁਸੀਬਤਾਂ ਤੇ ਸਾਰੀਆਂ ਮੇਰੇ ਤੇ ਹੀ ਆਉਂਦੀਆਂ ਨੇ। ਹਾਂਜੀ। ਗੁਰੂ ਭਣੇ ਇਹ ਹੈ ਕਿਛ ਨਾਹੀ, ਨਿਕਟ ਨ ਆਵੈ ਜਾਏ ਪਰਾਹੀ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਇਹ ਕੁਝ ਵੀ ਨਹੀਂ ਹੈ, ਸਿਰਫ ਵੇਖਣ ਨੂੰ ਹੀ ਵੱਡਾ ਵੱਡਾ ਡਰਾਉਣਾ ਡਰਾਉਣਾ ਭੈ ਭੀਤ ਕਰਨ ਵਾਲਾ ਹੈ। ਇਹ ਕਰਨ ਜੋਗਾ ਕੁਝ ਵੀ ਨਹੀਂ ਹੈ, ਇਹਨੇ ਕੁਛ ਨਹੀਂ ਕਰਨਾ। ਇਹ ਤੇਰੇ ਨੇੜੇ ਵੀ ਨਹੀਂ ਆਏਗਾ, ਤੈਨੂੰ ਖਾਏਗਾ ਵੀ ਨਹੀਂ। ਤੂੰ ਹੌਸਲਾ ਤੇ ਕਰ। ਹਾਂਜੀ। ਵਾਹਿਗੁਰੂ ਕਹਿ ਧੀਰਜ ਕਰੀਐ, ਕਹਤੇ ਤਨਕ ਨ ਤਰਾਸ ਵਿਚਰੀਐ। ਸਤਿਗੁਰੂ ਕਹਿਣ ਲੱਗੇ ਮਰਦਾਨਿਆ, ਤੂੰ ਰੱਬ ਦਾ ਨਾਂ ਸਿਮਰ, ਵਾਹਿਗੁਰੂ ਆਖ, ਕਹਿ ਧੰਨ ਗੁਰੂ, ਤੈਨੂੰ ਕੁਝ ਨਹੀਂ ਹੋਏਗਾ। ਕੋਈ ਦੁੱਖ ਕੋਈ ਮੁਸੀਬਤ ਤੇਰੇ ਨੇੜੇ ਨਹੀਂ ਆਉਂਦੀ। ਹਾਂਜੀ। ਕਾਲ ਜੋਗ ਅਗਨ ਵੇਖ ਤਨ ਤਾਰਾ, ਤੁਮ ਉਠਿਓ ਚਾਹੋ ਤਰਫ ਉਪਾਰਾ। ਸਤਿਗੁਰੂ ਕਹਿਣ ਲੱਗੇ ਅਸਲ ਵਿੱਚ ਇਹ ਹੈ ਕਲਯੁਗ। ਇਸ ਕਲਯੁਗ ਨੇ ਅਗਨੀ ਦਾ ਭੇਖ ਬਣਾਇਆ। ਇਦਾਂ ਦਾ ਉਸਨੇ ਆਪਣਾ ਤਨ ਧਾਰਨ ਕੀਤਾ ਹੈ ਤੇ ਇਹ ਹਰ ਪਾਸੇ ਧੂਮ ਉਠਿਓ ਚੌ ਤਰਫ ਅਪਾਰਾ। ਇਹ ਸਾਰੇ ਕਲਯੁਗ ਦੇ ਸਰੀਰ ਨੇ। ਹਨੇਰੀ ਹੋ ਜਾਵੇ, ਦੈਂਤ ਹੋ ਜਾਵੇ, ਇਹ ਸਾਰੀ ਦੁਨੀਆ ਨੂੰ ਡਰਾ ਰਹੇ ਨੇ, ਭੈ ਭੀਤ ਕਰ ਰਹੇ ਨੇ। ਹਾਂਜੀ। ਮੁਖ ਢਪ ਪੌੜ ਰਿਓ ਮਰਦਾਨਾ, ਅਚਰਜ ਦੇਖ ਅਦਕ ਭੈ ਮਾਨਾ। ਭਾਈ ਮਰਦਾਨੇ ਨੇ ਫਿਰ ਆਪਣਾ ਮੂੰਹ ਢੱਕ ਲਿਆ। ਕਹਿਣ ਲੱਗਾ ਬਾਬਾ ਮੈਂ ਤੇ ਵੇਖ ਵੀ ਨਹੀਂ ਸਕਦਾ ਤੇ ਮੈਨੂੰ ਤੇ ਬਹੁਤ ਡਰ ਲੱਗ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਬਚ ਪਾਵਾਂਗਾ। ਹਨੇਰੀ ਤੋਂ ਬਚ ਜਾਂਦਾ, ਹੁਣ ਦਿਓ ਆ ਗਿਆ, ਇਹ ਮੈਨੂੰ ਖਤਮ ਕਰੇਗਾ। ਹਾਂਜੀ। ਅਗਨ ਵੇਖ ਕੋ ਤਿਆਗ ਕੈ,
ਘਟਾ ਬੜੀ ਪੁਨ ਹੋਏ। ਇਹ ਜਿਹੜਾ ਦੈਂਤ ਵਾਲਾ ਰੂਪ ਸੀ ਫਿਰ ਇਹ ਗਵਾਚ ਗਿਆ, ਚਲਾ ਗਿਆ। ਹੁਣ ਕੀ ਹੋਇਆ? ਹੁਣ ਕਾਲੀਆਂ ਘਟਾਵਾਂ ਬਣ ਗਈਆਂ। ਪਹਿਲਾਂ ਹਨੇਰੀ ਆਈ, ਫਿਰ ਇੱਕ ਦੈਂਤ ਆਇਆ, ਦਿਓ ਆਇਆ। ਹੁਣ ਉਹ ਦੋਨੋਂ ਰੂਪਾਂ ਤੋਂ ਬਾਅਦ ਤੀਸਰਾ ਰੂਪ ਕਲਯੁਗ ਨੇ ਆਪਣਾ ਪ੍ਰਗਟ ਕੀਤਾ ਹੈ। ਉਹ ਹੈ ਕਿ ਆਕਾਸ਼ ਦੇ ਵਿੱਚ ਕਾਲੀਆਂ ਘਟਾਵਾਂ ਛਾ ਗਈਆਂ, ਹਰ ਪਾਸੇ ਅੰਧੇਰਾ ਹੋ ਗਿਆ, ਘਟਾ ਬੜੀ ਪੁੰਨ ਹੋਏ। ਹਾਂਜੀ, ਕਰਤ ਪਰਖ ਨਾ ਗੁਰੂ ਕੀ ਕਲਯੁਗ ਆਵਤ ਸੋਏ। ਅਸਲ ਵਿੱਚ ਇਹ ਕਲਯੁਗ ਸੀ। ਇਹ ਗੁਰੂ ਜੀ ਦੀ ਪਰਖਣਾ ਕਰਨੀ ਚਾਹੁੰਦਾ ਸੀ ਕਿ ਕੀ ਗੁਰੂ ਹਨੇਰੀ ਤੋਂ ਡਰਦਾ ਹੈ, ਕੀ ਦੈਂਤ ਤੋਂ ਡਰਦਾ ਹੈ, ਕੀ ਇਹ ਕਾਲੀਆਂ ਘਟਾਵਾਂ ਤੋਂ ਡਰਦਾ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਨੂੰ ਭੈ ਭੀਤ ਕਰਦੀਆਂ ਨੇ। ਦੇਖੋ, ਸਧਾਰਨ ਵਰਖਾ ਹੋਵੇ ਤਾਂ ਅਸੀਂ ਮੀਂਹ ਦੇ ਵਿੱਚ ਨਹਾਉਂਦੇ ਵੀ ਆ, ਪਰ ਜਦੋਂ ਆਕਾਸ਼ ਬਿਲਕੁਲ ਕਾਲਾ ਹੋ ਜਾਏ, ਕਾਲੇ ਬੱਦਲ ਛਾ ਜਾਣ ਤੇ ਉਹਦੇ ਵਿੱਚ ਉਹ ਬਿਜਲੀ ਚਮਕਣੀ ਤੇ ਬੱਦਲ ਗਰਜਣੇ ਸ਼ੁਰੂ ਹੋ ਜਾਣ, ਤਾਂ ਫਿਰ ਕਿਸੇ ਨੂੰ ਕਹੋ ਵੀ ਜਾ ਬਾਹਰ ਜਾ ਕੇ ਨਹਾ ਲਾ, ਉਹ ਕਹਿੰਦਾ ਨਹਾਉਣ ਦਾ ਦੂਰ ਦੀ ਗੱਲ, ਮੈਨੂੰ ਛੇਤੀ ਨਾਲ ਬੂਹੇ ਬਾਰੀਆਂ ਬੰਦ ਕਰਨ ਦੇ। ਸਾਡੀ ਬਾਹਰ ਬਰਾਂਡੇ ਵਿੱਚ ਕਿਤੇ ਐਸੀ ਥਾਂ ਤੇ ਜਿੱਥੇ ਅਸੀਂ ਖਲੋ ਕੇ ਓਪਨ ਤੌਰ ਤੇ, ਖੁੱਲੇ ਤੌਰ ਤੇ ਅਸੀਂ ਮੀਂਹ ਦਾ ਆਨੰਦ ਮਾਣ ਸਕੀਏ, ਕਿਸੇ ਸ਼ੈੱਡ ਦੇ ਥੱਲੇ, ਕਿਸੇ ਬਰਾਂਡੇ ਦੇ ਥੱਲੇ ਖਲੋ ਕੇ, ਫਿਰ ਅਸੀਂ ਉਹ ਵੀ ਹਿੰਮਤ ਨਹੀਂ ਕਰਦੇ। ਫਿਰ ਅਸੀਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਬੂਹੇ ਦਰਵਾਜ਼ੇ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਭੀ ਕਾਲੀ ਘਟ ਨਿਸ਼ਾ ਸੁਮਾਨਾ ਦਾਮਨ ਚਮਕਤ ਮਨੋ ਕਿਰਪਾਨਾ। ਇਹ ਕਾਲੇ ਬੱਦਲ ਕਾਲੀ ਰਾਤ ਵਰਗੇ ਹੋ ਗਏ। ਹੋ ਸਕਦਾ ਕਦੇ ਕਦੇ ਤੁਸੀਂ ਇਹ ਵਕਤ ਵੇਖਿਆ ਵੀ ਹੋਵੇ ਕਿ ਇਹਨਾਂ ਕਾਲੇ ਬੱਦਲਾਂ ਦੇ ਵਿੱਚ ਖਲੋਤੇ ਦਿਨ ਦੇ ਵਿੱਚ ਹੀ ਰਾਤ ਬਣ ਜਾਂਦੀ ਹੈ। ਪਰ ਇਹ ਠੀਕ ਹੈ, ਬਹੁਤਾ ਲੰਬਾ ਸਮਾਂ ਨਹੀਂ ਹੁੰਦੀ, ਥੋੜੇ ਚਿਰ ਵਾਸਤੇ, ਘੰਟਾ 2 ਘੰਟੇ 4 ਘੰਟੇ ਵੱਧ ਤੋਂ ਵੱਧ, ਬਸ ਫਿਰ ਬੱਦਲ ਛੱਡ ਜਾਂਦੇ ਨੇ। ਇਹ ਕਾਲੀ ਘਟਾ ਜਿਹੜੀ ਹੈ ਇਹਨੇ ਰਾਤ ਦਾ ਰੂਪ ਧਾਰਿਆ ਹੈ। ਭੀ ਕਾਲੀ ਘਟ ਨਿਸਾ ਸਮਾਨਾ ਦਾਮਨ ਚਮਕਤ ਮਨੋ ਕਿਰਪਾਨਾ। ਬਿਜਲੀ ਚਮਕਣੀ ਸ਼ੁਰੂ ਹੋ ਗਈ। ਦਾਮਨ ਕਹਿੰਦੇ ਨੇ ਬਿਜਲੀ ਨੂੰ। ਬਿਜਲੀ ਜਦੋਂ ਚਮਕਦੀ ਉਦੋਂ ਐਵੇਂ ਲੱਗਦਾ ਹੈ ਕਿ ਜਿਵੇਂ ਕੋਈ ਨੰਗੀਆਂ ਤਲਵਾਰਾਂ ਜਿਹੜੀਆਂ ਨੇ, ਕਿਰਪਾਨਾਂ ਜਿਹੜੀਆਂ ਨੇ, ਉਹ ਲਹਿਰਾ ਰਿਹਾ ਹੋਵੇ। ਹਾਂਜੀ, ਕਰਖਾ ਕੋ ਬਰਖਾਏ ਵਿਸ਼ਾਲਾ ਪਾਹਨ ਸਮ ਪਾਰੇ ਤਹਿ ਕਾਲਾ। ਫਿਰ ਗੜਿਆਂ ਦੀ ਵਰਖਾ ਸ਼ੁਰੂ ਹੋ ਗਈ। ਮੋਟੇ ਮੋਟੇ ਗੜੇ ਡਿੱਗਣੇ ਸ਼ੁਰੂ ਹੋ ਗਏ। ਗੜੇ ਐਵੇਂ ਡਿੱਗਦੇ ਨੇ ਜਿਵੇਂ ਪੱਥਰ ਡਿੱਗਦੇ ਹੋਣ। ਕੁਝ ਸਾਲ ਪਹਿਲਾਂ ਦਿੱਲੀ ਵਿੱਚ ਵੀ ਇਹ ਆਲਮ ਆਇਆ ਸੀ, ਖਾਸ ਕਰਕੇ ਨੋਇਡੇ ਵਾਲੇ ਪਾਸੇ ਜਮਨਾ ਹਾਈਵੇ ਤੇ ਸਾਰੇ ਹੀ ਬਲੌਕ ਹੋ ਗਿਆ ਸੀ। ਲੋਕਾਂ ਦੀਆਂ ਗੱਡੀਆਂ ਤੇ ਡੈਂਟ ਪੈ ਗਏ ਸੀ, ਏਡੇ ਏਡੇ ਮੋਟੇ ਇਹ ਗੜੇ ਵਰਸੇ ਸਨ। ਹੁਣ ਇੱਥੇ ਜਿਹੜੀ ਗੜਿਆਂ ਦੀ ਵਰਖਾ ਹੋਈ ਹੈ, ਕਹਿੰਦੇ ਗੜੇ ਇਵੇਂ ਵਰਸੇ ਨੇ, ਕਰਕਾ ਕੋ ਬਰਖਾਏ ਬਸਾਲਾ ਪਾਹਣ ਸਮ। ਪਾਹਣ ਕਹਿੰਦੇ ਨੇ ਪੱਥਰ ਨੂੰ। ਇਹ ਬਰਫ਼ ਨਹੀਂ ਸੀ, ਮਾਨੋ ਵੱਡੇ ਵੱਡੇ ਪੱਥਰ ਦੇ ਟੁਕੜੇ ਡਿੱਗਣੇ ਸ਼ੁਰੂ ਹੋ ਗਏ। ਹਾਂਜੀ, ਧਰ ਤੀਰਜ ਗੁਰ ਤਹਾ ਸੁਹਾਏ ਨਿਕਟ ਕਛੂ ਛੋਹਿ ਨਾ ਨਹਿ ਪਾਏ। ਸਤਿਗੁਰੂ ਜੀ ਉਸੇ ਤਰ੍ਹਾਂ ਹੀ ਸਮਾਧੀ ਵਿੱਚ ਬੈਠੇ ਕੌਤਕ ਵੇਖਦੇ ਰਹੇ ਵੀ ਕੱਲ ਜੋ ਕੀ ਕਰ ਰਿਹਾ ਹੈ, ਪਰ ਕੋਈ ਮੀਂਹ ਦੀ ਕਣੀ ਸਤਿਗੁਰਾਂ ਨੂੰ ਛੋਹੀ ਨਹੀਂ ਹੈ। ਕੋਈ ਉਹ ਜਿਹੜੇ ਪੱਥਰਾਂ ਵਰਗੇ ਗੜੇ ਨੇ ਉਹ ਸਤਿਗੁਰੂ ਦੇ ਨੇੜੇ ਵੀ ਨਹੀਂ ਆਏ। ਹਾਂਜੀ, ਤਬ ਕਾਲ ਜੁਗ ਨੈ ਨਿਸ਼ਚੈ ਜਾਣੀ ਹੈ ਅਵਤਾਰ ਰੂਪ ਗੁਣ ਖਾਨੇ। ਹੁਣ ਕਲਯੁਗ ਨੂੰ ਸਮਝ ਆ ਗਈ ਕਿ ਇਹ ਕੋਈ ਅਵਤਾਰੀ ਪੁਰਖ ਹੈ,
ਇਹ ਕੋਈ ਰੱਬ ਦਾ ਰੂਪ ਹੈ ਤੇ ਇਹ ਮੇਰੇ ਤੋਂ ਕਿਉਂ ਡਰੇਗਾ। ਦੇਖੋ ਸਤਿਗੁਰੂ ਦੀ ਬਾਣੀ 'ਚ ਇੱਕ ਪੰਕਤੀ ਆਉਂਦੀ ਹੈ ਕਿ ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਿਕਸਿਤ। ਹੁਣ ਦਿੱਲੀ 'ਚ ਮੈਨੂੰ ਵੀ ਹੁਣ ਜਾ ਕੇ ਪਤਾ ਲੱਗਾ ਵੀ 4-5 ਜੇਲ੍ਹਾਂ ਨੇ। ਮੇਰੇ ਮਿੱਤਰ ਜੇਲ੍ਹਾਂ ਦੇ DGP ਬਣੇ, ਉਦੋਂ ਪਤਾ ਲੱਗਾ ਮੈਨੂੰ। ਨਹੀਂ ਤਾਂ ਮੈਂ ਤਾਂ ਇਹੀ ਸੋਚਦਾ ਰਿਹਾ 20-25 ਸਾਲ ਵੀ ਇੱਕੋ ਹੀ ਜੇਲ੍ਹ ਹੈ, ਤਿਹਾੜ ਜੇਲ੍ਹ ਹੈ। ਫਿਰ ਉਹਨੇ ਦੱਸਿਆ ਵੀ ਕੋਈ ਰੋਣੀ ਹੈ, ਕੋਈ ਕਿਤੇ ਹੈ, ਕੋਈ ਕਿਤੇ ਹੈ। ਤੇ ਉਦੋਂ ਹੀ ਪਤਾ ਲੱਗਾ ਵੀ ਇਹ ਜਿਹੜੀ ਤਿਹਾੜ ਜੇਲ੍ਹ ਹੈ, ਮੈਂ ਤੇ ਵੀ ਇਹ ਸੋਚਦਾ ਸੀ ਵੀ ਹੋਏਗੀ 2-4-5 ਕਿੱਲਿਆਂ 'ਚ ਹੋਏਗੀ। ਫਿਰ ਪਤਾ ਲੱਗਾ ਵੀ ਇਹ ਵੀ ਸੈਂਕੜੇ ਕਿੱਲਿਆਂ ਵਿੱਚ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਹੈ। ਵੇਖੋ ਤੁਸੀਂ ਦੁਨੀਆ ਦੇ ਵਿੱਚ ਵਿਚਰੋਗੇ ਨਾ, ਫਿਰ ਪਤਾ ਚੱਲਦਾ ਹੈ। ਤੇ ਇਹ ਚੀਜ਼ਾਂ ਸਾਡੇ ਲਈ ਬੇਮਾਇਨਾ ਨੇ। ਜਿਸ ਬੰਦੇ ਨੇ ਕ੍ਰਾਈਮ ਨਹੀਂ ਕਰਨਾ, ਉਹ ਭਾਵੇਂ ਫਤਿਹ ਨਗਰ ਰਵੇ, ਭਾਵੇਂ ਸ਼ਿਵ ਨਗਰ ਰਵੇ, ਭਾਵੇਂ ਜਨਕਪੁਰੀ ਰਵੇ, ਕੀ ਫਰਕ ਪੈਂਦਾ। ਭਾਵੇਂ ਉਹ ਜੇਲ੍ਹ ਰੋਡ ਤੇ ਕਿਉਂ ਨਾ ਰਵੇਗਾ, ਉਹਨੂੰ ਜੇਲ੍ਹ ਕੀ ਕਹਿੰਦੀ ਹੈ। ਤੇ ਜਿਹਨੇ ਕ੍ਰਾਈਮ ਕਰਨਾ ਹੈ ਉਹ ਭਾਵੇਂ ਬੰਗਾਲ ਵਿੱਚ ਜਾ ਕੇ ਕਰੇ, ਅਗਲੇ ਚੁੱਕ ਲਿਆ ਕੇ ਜੇਲ੍ਹ 'ਚ ਸੁੱਟ ਦੇਣਾ ਹੈ। ਸੋ ਡਰੇ ਜੇ ਪਾਪ ਕਮਾਵੰਦਾ। ਜੇਲ੍ਹਾਂ ਦਾ ਡਰ ਕਿਹਨੂੰ ਹੈ? ਜਿਹੜੇ ਪਾਪ ਕਰਦੇ ਨੇ। ਕੋਰਟ ਕਚਹਿਰੀਆਂ ਕਿਹਦੇ ਲਈ ਨੇ? ਜਿਹੜੇ ਗਲਤੀਆਂ ਕਰਦੇ ਨੇ। ਪੁਲਿਸ ਥਾਣੇ ਕਿਹਦੇ ਲਈ ਨੇ? ਜਿਹੜੇ ਕਾਨੂੰਨ ਤੋੜਦੇ ਨੇ। ਸ਼ਰੀਫ ਆਦਮੀ ਦਾ ਕੀ ਕੰਮ ਹੈ? ਭਲੇ ਆਦਮੀ ਦਾ ਪੁਲਿਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੇ ਅਸੀਂ ਰੈੱਡ ਲਾਈਟ ਨਾ ਜੰਪ ਕਰਨੀ ਹੋਵੇ ਤੇ ਸਾਨੂੰ ਕੀ ਵੇਖਣ ਦੀ ਲੋੜ ਹੈ ਵੀ ਟ੍ਰੈਫਿਕ ਪੁਲਿਸ ਵਾਲੇ ਹੈਗੇ ਕਿ ਨਹੀਂ ਹੈਗੇ। ਜਦੋਂ ਅਸੀਂ ਲਾਈਟ ਜੰਪ ਕਰਨੀ ਚਾਹੁੰਦੇ ਫਿਰ ਅਸੀਂ ਵੇਖਦੇ ਸੱਜੇ ਖੱਬੇ ਵੀ ਪੁਲਿਸ ਵਾਲਾ ਤਾਂ ਨਹੀਂ ਖਲੋਤਾ ਕਿਤੇ। ਤੇ ਜੇ ਅਸੀਂ ਲਾਈਟ ਹੀ ਨਹੀਂ ਜੰਪ ਕਰਨੀ ਤੇ ਭਾਵੇਂ ਖਲੋਤਾ ਰਵੇ, ਸਾਨੂੰ ਕੀ ਫਰਕ ਪੈਂਦਾ। ਡਰ ਉਹਨੂੰ ਹੈ ਜਿਹਨੇ ਪਾਪ ਕਰਨੇ ਨੇ। ਕਲਯੁਗ ਨੂੰ ਸਮਝ ਆ ਗਈ ਵੀ ਇਹ ਤਾਂ ਕੋਈ ਰੱਬੀ ਅਵਤਾਰ ਹੈ ਜਿਹੜਾ ਮੇਰੇ ਤੋਂ ਡਰਿਆ ਹੀ ਨਹੀਂ। ਮੈਂ ਹਨੇਰੀ ਬਣ ਕੇ, ਦਿਓ ਬਣ ਕੇ, ਮੈਂ ਗੜੇ ਬਣ ਕੇ ਵਰਸ ਕੇ ਵੇਖ ਲਿਆ। ਤਬ ਉਹਨੂੰ ਸਮਝ ਆ ਗਈ, ਤਬ ਕਲਯੁਗ ਨੇ ਨਿਸ਼ਚੇ ਜਾਨੀ ਹੈ ਅਵਤਾਰ ਰੂਪ ਗੁਣ ਖਾਨੀ। ਇਹ ਕੋਈ ਅਵਤਾਰੀ ਪੁਰਖ ਹੈ। ਹਾਂਜੀ। ਮਾਨੁਖ ਰੂਪ ਧਾਰ ਪੁਨ ਆਇਓ, ਅਦਕ ਬਦਨ ਤੇ ਅਗਨ ਬਮਾਇਓ। ਹੁਣ ਇਹਨੇ ਅਗਲਾ ਰੂਪ ਧਾਰਨ ਕੀਤਾ। ਫਿਰ ਬੱਦਲ ਹਟ ਗਏ, ਗੜੇ ਪੈਣੋਂ ਹਟ ਗਏ, ਗੜਿਆਂ ਦੀ ਵਰਖਾ ਬੰਦ ਹੋ ਗਈ। ਫਿਰ ਇੱਕ ਬੰਦਾ ਤੁਰਿਆ ਆਉਂਦਾ, ਇਨਸਾਨ ਦਾ ਰੂਪ ਧਾਰਨ ਕਰ ਲਿਆ ਇਹਨੇ। ਪਰ ਹੁਣ ਕੀ ਹੈ, ਇਹਦੇ ਮੂੰਹ ਦੇ ਵਿੱਚੋਂ ਅੱਗ ਨਿਕਲਦੀ ਹੈ। ਸਾਡੇ ਮੂੰਹ ਚੋਂ ਤੇ ਵੱਧ ਤੋਂ ਵੱਧ ਕਈਆਂ ਦੇ ਮੂੰਹ 'ਚ ਪਾਣੀ ਜ਼ਿਆਦਾ ਬਣਦਾ ਤਾਂ ਐਵੇਂ ਲਬਾਂ ਜੀਆਂ ਸੁੱਟੀ ਜਾਂਦੇ ਹੁੰਦੇ ਨੇ। ਇਸ ਕਰਕੇ ਕਈਆਂ ਦਾ ਨਾਮ ਹੀ ਛੋਟੇ ਹੁੰਦੇ ਹੀ ਐਵੇਂ ਪੁੱਠਾ ਜਿਹਾ ਰੱਖ ਦਿੰਦੇ ਨੇ ਮਾਂ ਪਿਓ ਵੀ ਇਹ ਲਾਲਾਂ ਬੜੀਆਂ ਸੁੱਟਦਾ, ਮੂੰਹ 'ਚੋਂ ਪਾਣੀ ਡਿੱਗਦਾ ਹੋਵੇ ਤਾਂ। ਪਰ ਇਹ ਜਿਹੜਾ ਹੁਣ ਬੰਦੇ ਦਾ ਰੂਪ ਧਾਰਨ ਕਰਕੇ ਅੱਗੇ ਆ ਰਿਹਾ ਹੈ, ਇਹਦੇ ਮੂੰਹ 'ਚੋਂ ਅਗਨੀ ਨਿਕਲਦੀ ਹੈ। ਅਦਕ ਬਦਨ ਤੇ ਅਗਨ ਬਮਾਇਓ, ਮਾਨਖ ਰੂਪ ਧਾਰ ਪੁਨ ਆਇਓ। ਫਿਰ ਇਸ ਕਲਯੁਗ ਨੇ ਮਨੁੱਖ ਦਾ ਰੂਪ ਧਾਰਿਆ, ਪਰ ਰੂਪ ਅਜੇ ਵੀ ਠੀਕ ਨਹੀਂ ਸੀ। ਉਹਦੇ ਮੂੰਹ 'ਚੋਂ ਅੱਗ ਦੀ ਲਾਟ ਨਿਕਲਦੀ ਸੀ। ਹਾਂਜੀ। ਦੇਹ ਕੰਚ ਕੀ ਜਾਹੇ ਸਵਾਰੀ, ਏਕ ਹਾਥ ਮੈਂ ਜਿਹਵਾ ਤਾਰੀ। ਹੁਣ ਇਹਨੇ ਕੀ ਕੀਤਾ ਹੈ? ਇਹਨੇ ਆਪਣਾ ਜਿਹੜਾ ਸਰੀਰ ਹੈ ਉਹ ਮਾਨੋ ਦੇਹ ਕੰਚ ਕੀ ਜਾਹੇ ਸਵਾਰੀ, ਇਉਂ ਮਾਨੋ ਸਰੀਰ ਇਹਨੇ ਆਪਣਾ ਸੋਨੇ ਦਾ ਬਣਾਇਆ ਹੋਇਆ ਹੈ। ਇੱਕ ਹੱਥ ਮੈਂ ਜੇਵਾ ਧਾਰੀ, ਸਰੀਰ ਸੋਨੇ ਦਾ ਹੈ, ਮੂੰਹ ਚੋਂ ਅੱਗ ਨਿਕਲਦੀ ਹੈ। ਇੱਕ ਹੱਥ ਦੇ ਉੱਤੇ ਇਹਨੇ ਆਪਣੀ ਜ਼ੁਬਾਨ ਕੱਟ ਕੇ ਰੱਖੀ ਹੋਈ ਹੈ। ਇੱਕ ਹੱਥ ਦੇ ਉੱਤੇ ਜੀਭਾ ਵੱਢ ਕੇ ਰੱਖੀ ਹੋਈ ਹੈ। ਹਾਂਜੀ।
ਗਹਿਓ ਲਿੰਗ ਕੋ ਦੂਸਰ ਧਾਰਾ, ਆਵਾ ਸਨਮੁਖ ਜਹ ਜਗਨਾਥਾ। ਤੇ ਦੂਸਰੇ ਹੱਥ ਦੇ ਉੱਤੇ ਇਹਨੇ ਮਨੁੱਖ ਦੀ ਇੰਦਰੀ ਰੱਖੀ ਹੋਈ ਹੈ। ਇਸ ਤਰ੍ਹਾਂ ਦਾ ਇੱਕ ਕੁਰਾਲ ਰੂਪ ਇਹਨੇ ਆਪਣਾ ਬਣਾਇਆ ਹੈ। ਬੰਦਾ ਹੈ, ਸਰੀਰ ਸੋਨੇ ਦਾ ਹੈ, ਮੂੰਹ ਦੇ ਵਿੱਚੋਂ ਇਹਦੇ ਅੱਗ ਨਿਕਲਦੀ ਹੈ। ਹਾਂਜੀ। ਬਿਕਸਤਰ ਮੁਖ ਤੇ ਕੈ ਸੁਖ ਰਾਸਾ, ਮਰਦਾਨੇ ਉਠ ਦੇਖ ਤਮਾਸ਼ਾ। ਬਿਕਸਤ ਮੁਖ ਤੇ ਕਹਿ ਸੁਖ ਰਾਸਾ। ਸਤਿਗੁਰੂ ਹੱਸ ਪਏ, ਮੁਸਕਰਾ ਪਏ, ਕਹਿੰਦੇ ਮਰਦਾਨਿਆ ਆ ਵੇਖ, ਅੱਗੇ ਤੋਂ ਜੋ ਵੇਖਿਆ ਸੋ ਵੇਖਿਆ ਤੂੰ। ਕਦੇ ਹਨੇਰੀ ਵੇਖੀ, ਕਦੇ ਕਾਲੀਆਂ ਘਟਾਵਾਂ ਵੇਖੀਆਂ, ਕਦੇ ਦਿਓ ਵੇਖਿਆ। ਕਹਿੰਦੇ ਆ ਹੁਣ ਵੇਖ ਆ ਕੀ ਹੈ। ਭਾਵ ਹੈ ਬੰਦਾ ਹੈ, ਪਰ ਬੰਦਿਆਂ ਵਾਲੀ ਉਹਦੇ 'ਚ ਗੱਲ ਹੀ ਕੋਈ ਨਹੀਂ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੱਖਰੀਆਂ ਨੇ। ਹਾਂਜੀ। ਸਾਵਧਾਨ ਹੋਵੈ ਧੀਰਜ ਧਰਿਐ, ਕਾਹੂ ਤਨਕ ਨ ਤਰਾਸ ਵਿਚਰੀਐ। ਤੇ ਇਹ ਵੀ ਆਖਿਆ ਮਰਦਾਨਿਆ ਡਰਨਾ ਨਹੀਂ ਹੈ, ਬੜੇ ਧੀਰਜ ਨਾਲ ਇਹ ਹੁਣ ਤੂੰ ਤਮਾਸ਼ਾ ਵੇਖਣਾ ਵੀ ਇਹ ਕਰਦਾ ਕੀ ਹੈ। ਹੁਣ ਇਹ ਜਿਹੜੇ ਭੂਤ ਪ੍ਰੇਤ ਹੁੰਦੇ ਨੇ ਇਹ ਸਾਨੂੰ ਤੁਹਾਨੂੰ ਭੈ ਭੀਤ ਕਰਦੇ ਨੇ, ਪਰ ਜਿਹੜੇ ਲੋਕ ਇਹਨਾਂ ਦੇ ਮੰਦਰੀ ਨੇ, ਭੂਤਾਂ ਪ੍ਰੇਤਾਂ ਦੇ ਵੀ ਜਿਹੜੇ ਅੱਗੋਂ ਲੋਕ ਪੁੱਛਾਂ ਦੇਣ ਵਾਲੇ ਲੋਕ ਨੇ, ਉਹ ਨਹੀਂ ਡਰਦੇ, ਕਿਉਂਕਿ ਉਹਨਾਂ ਦੀ ਤਾਂ ਰੋਟੀ ਰੋਜੀ ਇਹਦੇ ਨਾਲ ਚੱਲਦੀ ਹੈ। ਉਹ ਤਾਂ ਸਗੋਂ ਇਹਨਾਂ ਨੂੰ ਵਸ ਕਰਨ ਵਾਸਤੇ ਸਾਰੀ ਸਾਰੀ ਰਾਤ ਜਾ ਕੇ ਮੜੀਆਂ ਕਬਰਾਂ ਮਸਾਣਾਂ ਵਿੱਚ ਬੈਠਦੇ ਨੇ। ਔਰ ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੋਇਆ, ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਰਾਤ ਨੂੰ ਮਸਾਣ ਜਗਾਉਂਦੇ ਫਿਰਦੇ ਨੇ ਲੋਕ ਮੜੀਆਂ ਦੇ ਵਿੱਚ। ਆਪਣੇ ਵਰਗਾ ਅਰਥੀ ਨਾਲ ਵੀ ਮਸਾਂ ਜਾਂਦਾ ਹੈ। ਕਈ ਤਾਂ ਏਡੇ ਕਮਜ਼ੋਰ ਦਿਲ ਹੁੰਦੇ ਨੇ। ਮਹਾਤਮਾ ਬੁੱਧ ਦੀ ਕਥਾ ਸੁਣੋ ਤੇ ਉਹ ਕੀ ਹੈ। ਮਹਾਤਮਾ ਬੁੱਧ ਇੱਕ ਰਾਜਕੁਮਾਰ ਹੈ, ਰਾਜੇ ਦਾ ਪੁੱਤਰ ਹੈ, ਬੜੀ ਛੋਟੀ ਜੀ ਆਜੂ ਹੈ, ਬਹੁਤਾ ਵੱਡਾ ਨਹੀਂ ਸੀ। ਵੱਖਰੀ ਕਿਸਮ ਦਾ ਉਹਦਾ ਇੱਕ ਜੀਵਨ ਸੀਗਾ। ਫਿਰ ਉਹਦਾ ਵਿਆਹ ਹੋ ਗਿਆ। ਬੜਾ ਚਿਰ ਤੇ ਪਿਤਾ ਨੇ ਸੰਭਾਲ ਕੇ ਰੱਖਿਆ। ਪਰ ਜਦੋਂ ਉਹਨੇ ਬਾਹਰ ਵੇਖਿਆ ਕਿ ਕੋਈ ਅਰਥੀ ਲੈ ਕੇ ਜਾ ਰਿਹਾ ਹੈ, ਤੇ ਉਹਨੇ ਆਪਣਾ ਘਰ-ਬਾਰ ਤਿਆਗ ਦਿੱਤਾ। ਮਤਲਬ ਅਰਥੀ ਕਿਸੇ ਦੇ ਮੋਢਿਆਂ ਤੇ ਅਸਰ ਜਿਹੜਾ ਸੀ ਉਹਦਾ ਮਹਾਤਮਾ ਬੁੱਧ ਨੇ ਕਬੂਲ ਕਰ ਲਿਆ। ਸਾਡੇ 'ਚ ਬੜੇ ਲੋਕ ਨੇ ਜਿਹੜੇ ਅਰਥੀ ਨਾਲ ਮੜੀਆਂ ਤੱਕ ਨਹੀਂ ਜਾ ਸਕਦੇ, ਨਿਗਮ ਬੋਧ ਘਾਟ ਤੱਕ ਨਹੀਂ ਲੋਕ ਜਾਂਦੇ। ਪਰ ਇੱਕ ਉਹ ਵੀ ਲੋਕ ਹੈਗੇ ਨੇ ਜਿਹੜੇ ਉੱਥੇ ਰੋਜ਼ ਅੱਗ ਲਾਉਂਦੇ ਨੇ। ਵੇਖੋ ਨਾ, ਸਾਡਾ ਤੇ ਮਰਿਆ ਹੁੰਦਾ ਇਸ ਤੇ ਰੋ ਰਹੇ ਹੁੰਦੇ ਆ, ਪਰ ਉਹ ਜਿਹੜੇ ਉੱਥੇ ਚਾਰ ਜੀ ਖਲੋਤੇ ਨੇ ਉਹਨਾਂ ਨੂੰ ਚਾਰ ਜੀ ਕਹਿੰਦੇ ਨੇ। ਉਹਨਾਂ ਲਈ ਉਹ ਰੂਟੀਨ ਵਰਕ ਹੈ, ਉਹ ਤਾਂ ਰੋਜ਼ ਦਾ ਹੀ ਕੰਮ ਹੈ ਉਹਨਾਂ ਦਾ। ਉਹ ਤਾਂ ਮੈਂ ਵੇਖਿਆ ਏਡੇ ਮਾਸਟਰ ਨੇ ਵੀ ਉਹਨਾਂ ਨੂੰ ਘਿਓ ਦਾ ਲਿਫਾਫਾ ਪਾੜਨਾ, ਕੋਈ ਹੋਰ ਚੀਜ਼ਾਂ ਉਹਦੇ ਹੱਥਾਂ ਨਾਲ ਹੀ ਖਿਲਾਰੀ ਤੁਰੇ ਆਉਂਦੇ ਨੇ, ਕਿਉਂਕਿ ਉਹਨਾਂ ਦੀ ਤਾਂ ਹੱਟੀ ਹੈ, ਉਹਨਾਂ ਦੀ ਤਾਂ ਦੁਕਾਨਦਾਰੀ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਮਰਦਾਨਿਆ ਡਰਨਾ ਨਹੀਂ, ਤਮਾਸ਼ਾ ਵੇਖਣਾ ਹੈ। ਇਹ ਵੀ ਇੱਕ ਤਮਾਸ਼ਾ ਹੈ ਕਿ ਵੇਖ ਇਸ ਬੰਦੇ ਨੇ ਆਪਣਾ ਕੀ ਰੂਪ ਬਣਾਇਆ। ਮਰਦਾਨੇ ਉੱਠ ਦੇਖ ਤਮਾਸ਼ਾ, ਸਾਵਧਾਨ ਹਵੈ ਧੀਰਜ ਧਰੀਏ, ਕਾਹੂ ਤਨਕ ਨਾ ਤਰਾਸ ਵਿਚਰੀਏ। ਸਾਵਧਾਨ ਜ਼ਰੂਰ ਰਹਿਣਾ ਹੈ, ਪਰ ਡਰ ਆਪਣੇ ਮਨ ਵਿੱਚ ਲੈ ਕੇ ਨਹੀਂ ਆਉਣਾ। ਹਾਂਜੀ। ਆਨ ਕਲੇ ਤਬ ਬੰਧਨ ਕਰਕੇ, ਬੋਲਿਓ ਨਿਜ ਅਪਰਾਧ ਵਿਚਰ ਕੇ। ਅਖੀਰ ਉਹ ਬੰਦਾ
ਜਿਨੇ ਆਪਣਾ ਇਸ ਤਰ੍ਹਾਂ ਦਾ ਡਰਾਉਣਾ ਰੂਪ ਬਣਾਇਆ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆਉਂਦਾ ਹੈ, ਆ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਰੂਪ ਉਹਦਾ ਆਪਾਂ ਸੁਣ ਲਿਆ, ਕੋਨੇ ਇੱਕ ਹੱਥ ਤੇ ਤਾਂ ਜ਼ੁਬਾਨ ਕੱਢ ਕੇ ਰੱਖੀ ਹੋਈ ਹੈ, ਮੂੰਹ ਦੇ ਵਿੱਚ ਉਹਦੇ ਅੱਗ ਨਿਕਲਦੀ ਹੈ। ਹਾਂਜੀ। ਬਖਸ਼ੋ ਖਤਾ ਜਿਤੇ ਮੈਂ ਕੀਨੀ, ਰਾਵਰ ਕੀ ਮਹਿਮਾ ਨਹਿ ਚੀਨੀ। ਕਹਿਣ ਲੱਗਾ ਜੀ ਮੈਂ ਮਾਫੀ ਮੰਗਣ ਆਇਆ, ਮੈਨੂੰ ਨਹੀਂ ਸੀ ਪਤਾ ਤੁਸੀਂ ਕੌਣ ਹੋ। ਮੈਂ ਕਦੇ ਹਨੇਰੀ ਬਣਿਆ, ਕਦੇ ਮੈਂ ਦਿਓ ਬਣਿਆ, ਕਦੇ ਮੈਂ ਕਾਲੀਆਂ ਘਟਾਵਾਂ ਬਣਿਆ, ਕਦੇ ਮੈਂ ਬਿਜਲੀ ਬਣ ਕੇ ਚਮਕਿਆ। ਮੇਰੇ ਤੋਂ ਭੁੱਲ ਹੋ ਗਈ, ਮੇਰੀਆਂ ਭੁੱਲਾਂ ਮੈਨੂੰ ਮਾਫ ਕਰ ਦਿਓ। ਹਾਂਜੀ। ਅਬ ਇਸ ਸਮੈ ਮੋਰ ਸਿਕਦਾਰੀ, ਦੀਨੇ ਤੁਮ ਨਿਜ ਕਰੁਣਾ ਤਾਰੀ। ਇਸ ਕਰਕੇ ਬਖਸ਼ੋ ਖਤਾ ਜਿਤੀ ਮੈਂ ਕੀਨੀ, ਮੇਰੀ ਭੁੱਲ ਬਖਸ਼ ਦਿਓ। ਰਾਵਰ ਕੀ ਮਹਿਮਾ ਨਹਿ ਚੀਨੀ, ਅਬ ਇਸ ਸਮੇਂ ਮੋਰ ਸਿਕਦਾਰੀ। ਕਹਿਣ ਲੱਗਾ ਜੀ ਗੱਲ ਇਹ ਹੈ, ਮੈਂ ਤੁਹਾਨੂੰ ਕਿਉਂ ਨਹੀਂ ਸਮਝ ਸਕਿਆ। ਕਹਿੰਦਾ ਵੀ ਰਾਜ ਮੇਰਾ, ਇਹ ਯੁੱਗ ਮੇਰਾ, ਕੱਲ ਜੋ ਕਹਿੰਦਾ ਇਸ ਰਾਜਾ ਤੇ ਉਹੀ ਹੈ ਨਾ ਜਿਹਦਾ ਪ੍ਰਜਾ ਤੇ ਹੁਕਮ ਚੱਲਦਾ ਹੋਵੇ। ਭਿਖਾਰੀਆਂ ਵਰਗੇ ਰਾਜੇ ਨਹੀਂ ਹੁੰਦੇ, ਰਾਜੇ ਰਾਜਿਆਂ ਵਰਗੇ ਹੀ ਲੋਕ ਹੋਇਆ ਕਰਦੇ ਨੇ ਜਿਨ੍ਹਾਂ ਦੇ ਹੁਕਮ ਚੱਲਦੇ ਨੇ। ਕਹਿਣ ਲੱਗਾ ਜੀ ਅੱਜ ਦੇ ਸਮੇਂ 'ਚ ਮੇਰੀ ਸਰਦਾਰੀ ਹੈ, ਦੀਨੀ ਤੁਮ ਨਿਜ ਕਰੁਣਾ ਧਾਰੀ, ਪਰ ਤੁਹਾਡੇ ਵਰਗਿਆਂ ਨੇ ਬਖਸ਼ਿਸ਼ ਕਰਕੇ ਦਿੱਤੀ ਹੈ। ਅਗਰ ਮੇਰੇ ਕੋਲ ਅੱਜ ਕੱਲ ਜੋ ਕਹਿੰਦਾ ਵੀ ਮੇਰੀ ਸਰਦਾਰੀ ਹੈ, ਮੇਰੀ ਤਾਕਤ ਹੈ, ਤੇ ਤੁਹਾਡੇ ਵਰਗੇ ਮਹਾਂਪੁਰਖਾਂ ਤੋਂ ਮਿਲੀ ਹੈ। ਹਾਂਜੀ। ਅਬ ਲੱਛਣ ਨਰ ਜੈਸੇ ਕਰਹੀ, ਤੈਸੇ ਵੇਖ ਆਇਓ ਮੈਂ ਤਰਹੀ। ਅਗਲੀ ਗੱਲ ਵੀ ਉਹਨੇ ਆਪੇ ਕਹਿਤੀ। ਕਹਿਣ ਲੱਗਾ ਜੀ ਗੱਲ ਇਹ ਹੈ, ਜਿਹੋ ਜਿਹਾ ਰੂਪ ਅੱਜ ਕਿਸੇ ਬੰਦੇ ਦਾ ਹੈ, ਉਹ ਅਸਲੀ ਰੂਪ ਮੈਂ ਧਾਰਨ ਕਰਕੇ ਆਇਆ। ਅੱਜ ਬੰਦੇ ਦਾ ਸਰੀਰ ਸੋਨੇ ਵਰਗਾ ਹੈ, ਪਰ ਮੂੰਹ ਤੋਂ ਅੱਗ ਵਰਦੀ ਹੈ। ਤੁਸੀਂ ਵੇਖਿਆ ਹੀ ਹੈ, ਥੋੜੇ ਬੰਦੇ ਨੇ ਜਿਨ੍ਹਾਂ ਦੇ ਬੋਲਾਂ ਨਾਲ ਕਿਤੇ ਠੰਡ ਪੈਂਦੀ ਹੋਵੇ, ਨਹੀਂ ਤੇ ਸਾਡੇ ਬੋਲਣ ਨਾਲ ਅੱਗ ਹੀ ਲੱਗਦੀ ਹੈ। ਕਦੇ ਐ ਨੂੰ ਲੱਗ ਜਾਂਦੀ ਹੈ, ਕਦੇ ਐ ਨੂੰ ਲੱਗ ਜਾਂਦੀ ਹੈ। ਇੱਧਰ ਨੂੰ ਬੋਲਦੇ ਤੇ ਇੱਧਰ ਨੂੰ ਲਾਈ ਜਾਂਦੇ ਆ, ਇੱਧਰ ਨੂੰ ਜਾਣੇ ਤੇ ਇੱਧਰ ਨੂੰ ਅੱਗ ਲਾਈ ਜਾਂਦੇ ਆ। ਸਾਡੇ 'ਚ ਥੋੜੇ ਲੋਕ ਨੇ ਜਿਨ੍ਹਾਂ ਦੇ ਬੋਲਣ ਨਾਲ ਸ਼ਾਂਤੀ, ਪਿਆਰ, ਸਹਿਜ ਇਹ ਚੀਜ਼ਾਂ ਆਉਂਦੀਆਂ ਹੋਣ। ਨਹੀਂ ਤਾਂ ਅਮੂਮਨ ਸਾਡੇ ਬੋਲਣ ਨਾਲ ਲੜਾਈਆਂ, ਝਗੜੇ, ਵੈਰ, ਵਿਰੋਧ ਇਹ ਸਾਰੇ ਬਣੀ ਤੁਰੇ ਜਾਂਦੇ ਨੇ। ਸ਼ਾਇਦ ਕਈ ਬੰਦਿਆਂ ਨੇ ਤੇ ਵੀ ਸੋਚਿਆ ਵੀ ਜੇ ਮੈਂ ਹੈਗਾ ਤੇ ਫਿਰ ਸੁੱਖ ਸ਼ਾਂਤੀ ਕਿਵੇਂ ਹੋ ਸਕਦੀ ਹੈ। ਕਹਿਣ ਲੱਗਾ ਜੀ ਜੋ ਅੱਜ ਲੋਕਾਂ ਦਾ ਵਰਤਾਰਾ ਹੈ, ਮੈਂ ਉਹ ਆਪਣਾ ਰੂਪ ਬਣਾ ਕੇ ਤੁਹਾਡੇ ਕੋਲ ਆਇਆ। ਬਿਲਕੁਲ ਮੈਂ ਉਹਦਾ ਪ੍ਰਗਟਾਵਾ ਕੀਤਾ ਕਿ ਅੱਜ ਮਹਾਰਾਜ ਬੰਦੇ ਦੀ ਹਾਲਤ ਇਹ ਹੈ, ਮੇਰਾ ਰਾਜ ਹੈ ਤੇ ਇਦਾਂ ਲੋਕ ਜਿਉਂਦੇ ਨੇ। ਹਾਂਜੀ। ਦੇਵ ਸੰਪਦਾ ਤਜ ਕਰ ਸਾਰੀ, ਦਵੈ ਇੰਦਰੈ ਸਵਾਦਨ ਬਸਕਾਰੀ। ਕਹਿਣ ਲੱਗੇ ਜੀ ਬਾਕੀ ਸਾਰੀਆਂ ਚੀਜ਼ਾਂ ਲੋਕਾਂ ਨੇ ਛੱਡ ਦਿੱਤੀਆਂ ਨੇ, ਤੇ ਇਹ ਜਿਹੜੇ ਮਨੁੱਖ ਦੇ ਗਿਆਨ ਇੰਦਰੇ ਨੇ, ਇਹਦੇ ਵਿੱਚੋਂ ਦੋ ਦੀ ਸਰਦਾਰੀ ਹੈ ਅੱਜ। ਅੱਖਾਂ ਨੂੰ ਕੌਣ ਪੁੱਛਦਾ, ਕੰਨਾਂ ਨੂੰ ਕੌਣ ਪੁੱਛਦਾ, ਨਾਸ਼ਕਾਵਾਂ ਨੂੰ ਕੌਣ ਪੁੱਛਦਾ। ਦੋ ਚੀਜ਼ਾਂ ਜਿਹੜੀਆਂ ਨੇ ਉਹ ਮੁੱਖ ਪ੍ਰਧਾਨ ਨੇ। ਹਾਂਜੀ। ਕਹਿ ਤੋ ਰਸਨਾ ਸਵਾਦੈ ਲਾਈ, ਲਿੰਗ ਸਵਾਦ ਕੇ ਬਸ ਹੋਏ ਜਾਈ। ਕਹਿਣ ਲੱਗਾ ਜੀ ਅੱਧੀ ਦੁਨੀਆ ਤੇ ਜ਼ੁਬਾਨ ਦੇ ਸਵਾਦ ਨੂੰ ਲੱਗੀ ਹੈ, ਅੱਧੀ ਦੁਨੀਆ ਜਿਹੜੀ ਹੈ ਉਹ ਇੰਦਰੀਆਂ ਦੇ ਸਵਾਦ ਨੂੰ ਲੱਗੀ ਹੈ। ਬਸ ਦੋ ਹੀ ਗੱਲਾਂ ਨੇ ਦੁਨੀਆ ਦੇ ਵਿੱਚ, ਕੋਈ ਐਸ਼ਵਰਜ ਵਿੱਚ ਲੱਗਾ ਹੈ ਤੇ ਕੋਈ ਦੁਨੀਆ ਦੇ ਸਵਾਦਾਂ ਦੇ ਵਿੱਚ ਲੱਗਿਆ ਹੋਇਆ ਹੈ। ਹਾਂਜੀ। ਮਾਤ ਪਿਤਾ ਗੁਰ ਲੱਜਾ ਤਿਆਗੀ, ਇਨਕੇ ਬਸੀ ਹੋਏ ਅਨੁਰਾਗੀ। ਸਭ ਨੇ ਮਾਂ ਪਿਓ ਦੀ ਇੱਜ਼ਤ ਛੱਡ ਦਿੱਤੀ। ਸਵਾਲ ਇਹ ਨਹੀਂ ਕਿ ਮਾਂ ਪਿਓ ਕੀ ਕਹਿਣਗੇ,
ਜਾਂ ਸਾਡੇ ਮਾਪਿਓ ਕੌਣ ਨੇ, ਕੋਈ ਨਹੀਂ ਪੁੱਛਦਾ। ਅੱਜ ਦੇ ਬੱਚੇ ਕਿੱਥੇ ਸਮਝਦੇ ਨੇ ਮਾਪਿਓ ਨੂੰ। ਅੱਜ ਮਾਪਿਓ ਲੱਖ ਗੁਣੀ ਗਿਆਨੀ ਹੋਵੇ, ਪੜ੍ਹਿਆ ਲਿਖਿਆ ਹੋਵੇ, ਕਿਸੇ ਧਰਮ ਦਾ ਆਗੂ ਹੋਵੇ, ਬੱਚੇ ਨਹੀਂ ਸੁਣਦੇ। ਧਰਮ ਦੀ ਦੁਨੀਆ ਦਾ ਸੱਚ ਵੀ ਹੈ ਤੇ ਬਾਕੀ ਦੁਨੀਆ ਦਾ ਵੀ ਸੱਚ ਇਹੋ ਹੀ ਹੈ। ਆ ਜਿਹੜੇ ਲੋਕ ਸਿਆਸੀ ਲੋਕ ਸਾਨੂੰ ਧਰਮ ਦੇ ਨਾਂ ਤੇ ਲੜਾਉਂਦੇ ਫਿਰਦੇ ਨੇ, ਕਦੇ ਪੁੱਛਿਓ ਉਹਨਾਂ ਨੂੰ ਵੀ ਇਹਨਾਂ ਦੇ ਧੀਆਂ ਪੁੱਤਰ ਕਿੰਨੇ ਨੇ, ਪਤਾ ਲੱਗੇਗਾ ਵੀ ਕਿਤੇ 2 ਨੇ, ਕਿਸੇ ਦੇ 3 ਨੇ। ਫਿਰ ਪੁੱਛੋ ਵੀ ਇਹਨਾਂ ਦੇ ਵਿਆਹ ਸ਼ਾਦੀਆਂ ਕਿੱਥੇ ਹੋਈਆਂ ਨੇ। ਜਿਹੜੇ ਹਿੰਦੂ ਮੁਸਲਮਾਨਾਂ ਨੂੰ ਆਪਸ ਵਿੱਚ ਲੜਾਉਂਦੇ ਨੇ, ਉਹਨਾਂ ਦੇ ਬੱਚਿਆਂ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ, ਉਹ ਆਪਸ ਵਿੱਚ ਇਦਾਂ ਹੀ ਵਿਆਹ ਕਰੀ ਫਿਰਦੇ ਨੇ। ਹਿੰਦੂ ਲੀਡਰਾਂ ਦੇ ਬੱਚਿਆਂ ਨੇ ਮੁਸਲਮਾਨਾਂ ਨਾਲ ਵਿਆਹ ਕਰਾਏ ਨੇ, ਮੁਸਲਮਾਨ ਲੀਡਰਾਂ ਦੇ ਬੱਚਿਆਂ ਨੇ ਹਿੰਦੂਆਂ ਦੇ ਬੱਚਿਆਂ ਨਾਲ ਵਿਆਹ ਕਰਾਏ ਨੇ। ਔਰ ਬੜੇ ਬੜੇ ਵੱਡੇ ਲੋਕ ਇੱਥੇ ਬਹਿ ਕੇ ਨਾਂ ਲੈਣਾ ਸ਼ੋਭਾ ਨਹੀਂ ਦਿੰਦਾ, ਪਰ ਇਹ ਹਕੀਕਤ ਹੈ। ਕੱਲ ਜੋ ਕਹਿਣ ਲੱਗਾ ਜੀ, ਕੌਣ ਮਾਂ ਪਿਓ ਦੀ ਇੱਜ਼ਤ ਦੀ ਪਰਵਾਹ ਕਰਦਾ? ਹਾਂਜੀ, ਜਾਂ ਤੇ ਵੀ ਮਮ ਮਤ ਵਿਪਰੀਤਾ, ਕੀਏ ਤੁਮ ਸੋ ਛਲ ਹਵੈ ਨਿਰਭੀਤਾ। ਇਸੇ ਕਰਕੇ ਜਿਹੜੀ ਮੇਰੀ ਮਤ ਸੀ ਉਹ ਵਿਪਰੀਤ ਹੋ ਗਈ, ਤੇ ਮੈਂ ਤੁਹਾਡੇ ਨਾਲ ਬੇਫਿਕਰ ਹੋ ਕੇ ਤੇ ਇਹ ਛਲ ਕੀਤਾ ਵੀ ਤੁਹਾਡੇ ਵਰਗੇ ਅਵਤਾਰੀ ਪੁਰਖ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ। ਕਦੇ ਬੱਦਲ ਬਣ ਗਿਆ, ਕਦੇ ਹਨੇਰੀ ਬਣ ਗਿਆ, ਕਦੇ ਦੈਂਤ ਬਣ ਗਿਆ। ਹਾਂਜੀ, क्षमा करन को बिरद तुम्हारा, परम पुरख हो महा उदारा। ਤੁਸੀਂ ਬਖਸ਼ਣਹਾਰ ਹੋ, ਮੈਨੂੰ ਬਖਸ਼ ਦਿਓ। ਤੁਸੀਂ ਬਖਸ਼ਣਹਾਰੇ ਹੋ, ਮੇਰੇ ਔਗਣ ਬਖਸ਼ ਦਿਓ। ਪਰਮ ਪੁਰਖ ਹੋ ਮਹਾ ਉਦਾਰਾ, ਤੁਸੀਂ ਪਰਮ ਪੁਰਖ ਹੋ, ਵੱਡੇ ਮਹਾਪੁਰਖ ਹੋ। ਹਾਂਜੀ, सुन कर यों बोले जगतेशा, को तब नाम कौन है देशा। ਸੁਣ ਕਰ ਇਉਂ ਬੋਲੇ ਜਗਤੇਸ਼ਾ। ਹੁਣ ਗੁਰੂ ਨਾਨਕ ਸਾਹਿਬ ਬੋਲ ਕੇ ਕਹਿੰਦੇ ਨੇ ਵੀ ਤੂੰ ਹੈ ਕੌਣ ਹੈ? ਕਹਿੰਦਾ ਜੀ ਮੇਰੀ ਸਰਦਾਰੀ ਹੈ ਜੀ, ਮੈਂ ਹੀ ਇਹ ਅੱਜ ਦੇ ਸਮੇਂ ਦਾ ਰਾਜਾ ਜੀ, ਮੈਂ ਹੀ ਮਾਲਕ ਹਾਂ ਜੀ। ਉਹ ਤੂੰ ਹੈ ਕੌਣ ਹੈ ਬਈ? ਆਪਣੇ ਬਾਰੇ ਦੱਸ ਤਾਂ ਸਹੀ। ਇਹ ਠੀਕ ਹੈ ਵੀ ਤੂੰ ਅੱਜ ਵਰਗੇ ਬੰਦਿਆਂ ਦਾ ਰੂਪ ਧਾਰਨ ਕਰਕੇ ਆਇਆ ਹੈ। ਉਹ ਕਹਿੰਦਾ ਜੀ ਇਹ ਦੁਨੀਆ 'ਚ ਇਦਾਂ ਹੀ ਲੋਕ ਅੱਜ ਕੱਲ੍ਹ ਤੁਰੇ ਫਿਰਦੇ ਨੇ। 2 ਹੀ ਚੀਜ਼ਾਂ ਬੰਦਿਆਂ ਨੇ ਅੱਗੇ ਰੱਖੀਆਂ ਹੋਈਆਂ ਨੇ। ਸੁਣ ਕਰ ਇਉਂ ਬੋਲੇ ਜਗਤੇਸ਼ਾ, ਕੋ ਤੁਵ ਨਾਮ ਕੌਣ ਹੈ ਦੇਸ਼ਾ। ਤੇਰਾ ਨਾਂ ਕੀ ਹੈ? ਤੇਰਾ ਦੇਸ਼ ਕਿਹੜਾ ਹੈ? ਤੂੰ ਰਹਿੰਦਾ ਕਿੱਥੇ ਹੈ ਬਈ? ਹਾਂਜੀ, कौन काज कित चल कर आयो, इस प्रकार क्यों कपट दिखायो। ਸਤਿਗੁਰੂ ਕਹਿੰਦੇ ਤੈਨੂੰ ਕੰਮ ਕੀ ਹੈ? ਸਾਡੇ ਕੋਲ ਕੀ ਲੈਣ ਆਇਆ? ਤੇ ਇਹ ਜਿਹੜੇ ਛਲ ਸਾਨੂੰ ਕਰਕੇ ਵਿਖਾਏ ਨੇ, ਇਹਦੀ ਕੀ ਲੋੜ ਸੀ? ਸਾਡੇ ਨਾਲ ਕੀ ਸੰਬੰਧ ਹੈ? ਸਾਡੇ ਤੇ ਇਹਨਾਂ ਤੇਰੀਆਂ ਗੱਲਾਂ ਦਾ, ਚੀਜ਼ਾਂ ਦਾ ਸਾਡੇ ਤੇ ਕੀ ਅਸਰ ਹੈ ਬਈ? ਹਾਂਜੀ, सुनो गुरु जी कल जुग नामो, दर्शन करबे को मम कामो। ਅੱਗੋਂ ਕਲਯੁਗ ਕਹਿਣ ਲੱਗਾ ਜੀ ਮੈਂ ਕਲਯੁਗ ਹਾਂ ਤੇ ਕੰਮ ਮੈਨੂੰ ਤੁਹਾਡੇ ਨਾਲ ਇੰਨਾ ਹੀ ਵੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਹੋਰ ਮੈਨੂੰ ਕੰਮ ਕੋਈ ਨਹੀਂ ਹੈ। ਹਾਂਜੀ, नमो करन रावर को आयो, परखन हित मैं कपट दिखायो। ਆਇਆ ਤੇ ਮੈਂ ਤੁਹਾਡੇ ਦਰਸ਼ਨ ਕਰਨ ਆ, ਪਰ ਜਿਹੜੇ ਕਪਟ ਕੀਤੇ ਉਹ ਤੁਹਾਨੂੰ ਪਰਖਣ ਵਾਸਤੇ ਕੀਤੇ ਵੀ ਵਾਕਈ ਤੁਸੀਂ ਅਵਤਾਰੀ ਪੁਰਖ ਹੋ। ਮਾੜਾ ਹੁੰਦਾ ਬੰਦਾ ਤੇ ਕੋਈ ਡਰ ਜਾਂਦਾ, ਕੋਈ ਕਮਜ਼ੋਰ ਹੁੰਦਾ ਤੇ ਘਾਬਰ ਜਾਂਦਾ, ਭੈ ਭੀਤ ਹੋ ਜਾਂਦਾ। ਤੁਹਾਡਾ ਨਾ ਡਰਨਾ ਹੀ ਮੈਨੂੰ ਦੱਸਦਾ ਵੀ ਤੁਸੀਂ ਅਵਤਾਰੀ ਪੁਰਖ ਹੋ। ਹਾਂਜੀ, श्री गौर कह पनो निज लक्षण, को तव सैना संग विचक्षण। ਸਤਿਗੁਰੂ ਕਹਿਣ ਲੱਗੇ ਫਿਰ ਇੱਕ ਕੰਮ ਹੋਰ ਕਰ। ਕਿਵੇਂ ਦੁਨੀਆ ਨੂੰ ਪਤਾ ਲੱਗੇ ਕਿ ਤੂੰ ਕਲਯੁਗ ਹੈ?
ਜਾਂ ਕਲਯੁਗ ਦੀਆਂ ਨਿਸ਼ਾਨੀਆਂ ਕੀ ਨੇ, ਕਿਵੇਂ ਪਤਾ ਲੱਗੇ। ਜਿਵੇਂ ਹੁਣ ਕਰੋਨਾ ਹੈ, ਹੁਣ ਕਰੋਨੇ ਦੀ ਇੱਕ ਲੱਛਣ ਹੈ ਨਾ, ਜੇ ਨਿਛਾਂ ਆਉਣ, ਖਾਂਸੀ ਆਵੇ, ਬੁਖਾਰ ਹੋਵੇ, ਇਸ ਤਰ੍ਹਾਂ ਹਰ ਬਿਮਾਰੀ ਦੇ ਲੱਛਣ ਨੇ। ਜਿਹੜੇ ਵੱਖਰੀ ਵੱਖਰੀਆਂ ਬਿਮਾਰੀਆਂ ਦੇ ਜਿਹੜੇ ਮਾਸਟਰ ਡਾਕਟਰ ਨੇ, ਉਹ ਬੜੇ ਲੋਕਾਂ ਦੀਆਂ ਬਿਮਾਰੀਆਂ ਇਦਾਂ ਹੀ ਬੁੱਝ ਲੈਂਦੇ ਨੇ। ਬੜੇ ਬੜੇ ਟੈਸਟ ਕਰਾਏ ਲੋਕਾਂ ਨੇ, ਨਹੀਂ ਪਤਾ ਲੱਗਿਆ, ਪਰ ਜਦੋਂ ਉਸ ਬਿਮਾਰੀ ਦੇ ਐਕਸਪਰਟ ਕੋਲੇ ਗਏ ਤੇ ਉਹਨੇ ਤੇ ਵੇਖਦਿਆਂ ਸਾਰੀ ਕਹਿ ਦਿੱਤਾ, ਕਹਿੰਦਾ ਜੀ ਮੈਨੂੰ ਗੱਲ ਸਮਝ ਆ ਗਈ, ਪਰ ਆਹ ਟੈਸਟ ਇੱਕ ਨਿੱਕਾ ਜਿਹਾ ਕਰਾ ਲਿਆਓ। ਜਿਹਨੇ ਦੁਨੀਆ ਦੇ ਕੁੱਲ ਟੈਸਟ ਕਰਾਏ ਹੁੰਦੇ ਨੇ ਉਹ ਵੀ ਪਰੇਸ਼ਾਨ ਹੋ ਜਾਂਦੇ ਵੀ ਅਜੇ ਹੋਰ ਵੀ ਰਹਿ ਗਿਆ ਕੋਈ ਬਾਕੀ। ਤੇ ਜਦੋਂ ਉਹਦੀ ਰਿਪੋਰਟ ਆਉਂਦੀ ਉਹ ਕਹਿੰਦੇ ਵੀ ਵਾਕਿਆ ਗੱਲ ਤਾਂ ਠੀਕ ਹੈ। ਅਮੂਮਨ ਜਿਹੜੀਆਂ ਬਿਮਾਰੀਆਂ ਨੇ ਉਹਦੀਆਂ ਦਵਾਈਆਂ ਉਨੀਆਂ ਨਹੀਂ ਹੁੰਦੀਆਂ ਜਿਹੜੀਆਂ ਅਸਲ ਹੁੰਦੀਆਂ ਨੇ। ਨੀਮ ਹਕੀਮ ਜਿਹੜੇ ਹੁੰਦੇ ਨੇ ਉਹਦੇ ਪੁੜੀਆਂ ਬੰਨ੍ਹ ਕੇ ਦੇ ਦਿੰਦੇ ਨੇ, ਪੰਡਾਂ ਦੀਆਂ ਪੰਡਾਂ ਖਾਈ ਜਾਓ, ਨਹੀਂ ਬਿਮਾਰ ਤੇ ਤਾਂ ਵੀ ਹੋ ਜਾਓ। ਇਹ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਪਰਖਣ ਵਾਸਤੇ ਸਾਰਾ ਕੁਝ ਕੀਤਾ ਹੈ। ਤੇ ਸਤਿਗੁਰੂ ਕਹਿੰਦੇ ਫਿਰ ਲੱਛਣ ਦੱਸ, ਤਾਂ ਕਿ ਅਸੀਂ ਵੀ ਆਪਣੇ ਸਿੱਖਾਂ ਨੂੰ ਕਹੀਏ ਵੀ ਆਹ ਨਿਸ਼ਾਨੀਆਂ ਨੇ ਕਲਯੁਗ ਦੀਆਂ। ਇੱਕ ਗੱਲ ਤੇ ਸਤਿਗੁਰੂ ਨੇ ਬਾਣੀ 'ਚ ਮੰਨੀ ਹੈ ਕਿ ਕਲਯੁਗ ਇੱਕ ਸੁਭਾਅ ਹੈ। ਕਲਯੁਗ ਤੁਹਾਡੀ ਇੱਕ ਬਿਰਤੀ ਹੈ, ਕਲਯੁਗ ਇੱਕ ਤੁਹਾਡੀ ਰਹੁ ਰੀਤ ਹੈ। ਹੁਣ ਜਿਵੇਂ ਆਪਾਂ ਗੁਰਦੁਆਰੇ ਬੈਠੇ ਆ, ਇਹ ਕੀ ਹੈ? ਤੇ ਸਤਿਯੁਗ ਹੈ। ਕਲਯੁਗ ਦੇ ਲੱਛਣ ਕੀ ਨੇ? ਹੁਣ ਕਲਯੁਗ ਬੋਲ ਕੇ ਦੱਸੇਗਾ, ਸ਼੍ਰੀ ਗੁਰ ਕਹੇ ਭਨੋ ਨਿਜ ਲੱਛਣ, ਕਿ ਤੂੰ ਬਈ ਆਪਣੀ ਪਹਿਚਾਣ ਦੱਸ। ਹਾਂਜੀ। किस प्रकार के तुझ सिख धारी, सुन कल जोग पुन गिरा उचारी। को तव सैना संग विचक्षण। सतगुरु कहन लगे ये भी दस कि तेरे कोल जिहड़ी चार प्रकार दी सैना वो केड़ी है? विचक्षण जिहड़ी है चार, क्योंकि आम फौज चार प्रकार दी मनी गई है। एक पैदल है जी, एक घोड़सवार है जी, एक हाथियां ते है जी। सतगुरु कहते तू दस भी तेरे कोल केड़ी है? किस प्रकार की तुझ सकदारी, तू किदां दा राजा है भाई? सुन कलयुग पुन गिरा उचारी। कलयुग ने अगों उत्तर दिता। हाँ जी। कूर सूर सब केर अगारी, चलत तुझा बड़ कर महतारी। कहन लगा जी मैं झूठ नूं अपना सूरमा बनाया। जिहड़ा मेरा सूरमा है वो किसी बंदे का नां नहीं है, मेरे सूरमे का नां है झूठ। कलयुग दे विच झूठ ही झूठ अगे है। बस ये जिहड़े झूठ बोलते फिरदे ने, कहन लगा जी मेरे बहादुर ने, मेरे ही छड्डे होए ने। इस करके जिहड़ा झूठ है ये मेरा सूरमा है। चलत तुझा बड़ कर मैं धारी, ते इहने अपने हाथ विच झंडा फड़िया होया कलयुग दा। व्यक्ति झूठा है ते ठेकेदारी उन्हें सारी दुनिया की चुकी हुई है। हाँ जी। मोह नाम सबको भूपाला, सैनापत हिंसा जो विशाला। जिहड़ा राजा है ਉਹਦਾ ਨਾਂ है मोह। कलयुग ਦੇ ਵਿੱਚ ਜਿਹੜਾ ਰਾਜਾ ਰਾਜ ਕਰਦਾ ਹੈ ਉਹਨੂੰ ਮੋਹ ਕਹਿੰਦੇ ਨੇ। ਫਿਰ ਸੈਨਾਪਤੀ ਹਿੰਸਾ ਜੋ ਬਸਾਲਾ, ਤੇ ਜਿਹੜੇ ਮੇਰੇ ਸੈਨਾਪਤੀ ਨੇ ਉਹ ਕੌਣ ਨੇ? ਆ ਜਿਹੜੀ ਥਾਂ ਥਾਂ ਤੇ ਹਿੰਸਾ ਹੁੰਦੀ ਹੈ। ਅੱਜ ਤੁਸੀਂ ਵੇਖਿਆ ਹੀ ਹੈ ਵੀ ਹਰ ਨਿੱਕੀ ਨਿੱਕੀ ਗੱਲ ਤੇ ਬੰਦੇ ਲੜ ਪੈਂਦੇ ਨੇ। घर की नींह रखन लगे लड़ पे तो मर्डर हो गया। गली पक्की करने वाले आए ईटा रखन लगे लड़ पे तो कतल हो गया। गड्डियां पार्क करन लगे तो लड़ पे तो कतल हो गया।
ਫਿਰ ਕੋਈ ਪਤਾ ਹੀ ਨਹੀਂ ਸਟੇਸ਼ਨ ਤੇ ਬੱਸ ਤੇ 에ਅਰਪੋਰਟ ਤੇ ਕਦੋਂ ਦੰਗੇ ਭਟਕ ਜਾਣੇ ਨੇ ਕੋਈ ਪਤਾ ਹੈ? ਕਦੋਂ ਦੋ ਫਿਰਕਿਆਂ ਦੇ ਵਿੱਚ ਯਾਰ ਭਰ ਜਾਏ ਕੋਈ ਪਤਾ ਨਹੀਂ, ਕੋਈ ਗਰੰਟੀ ਨਹੀਂ ਹੈ ਵੀ ਆਪਾਂ ਗਏ ਆ ਤੇ ਵਾਪਸ ਠੀਕ ਮੁੜਾਂਗੇ ਕਿ ਨਹੀਂ ਮੁੜਾਂਗੇ। 2-4-5 ਮਿੰਟਾਂ ਵਿੱਚ ਮਾਹੌਲ ਜਿਹੜਾ ਉਹ ਖੜੇ ਖੜੋਤੇ ਖਰਾਬ ਹੋ ਜਾਂਦਾ ਹੈ। ਕਹਿਣ ਲੱਗਾ ਹਿੰਸਾ ਜਿਹੜੀ ਹੈ ਮੇਰੇ ਸੈਨਾਪਤੀ ਨੇ। ਹਾਂਜੀ, ਕਾਮ ਕ੍ਰੋਧ ਲੋਭ ਅਹੰਕਾਰਾ ਸਭ ਜੋਦਾਏ ਗਜ ਅਸਵਾਰਾ। ਫਿਰ ਕਾਮ ਕ੍ਰੋਧ ਲੋਭ ਅਹੰਕਾਰ ਕਹਿੰਦਾ ਇਹ ਮੇਰੇ ਯੋਧੇ ਨੇ, ਇਹ ਸਭ ਘੋੜਿਆਂ ਤੇ ਚੜੇ ਫਿਰਦੇ ਨੇ। ਹਾਂਜੀ, ਮਤ ਸਰ ਨਿੰਦਾ ਪੁਨ ਬਟ ਪਾਰੀ ਤ੍ਰਿਸ਼ਨਾ ਤੇ ਸਭ ਰਥ ਅਸਵਾਰੀ। ਪਰਾਈ ਨਿੰਦਿਆ ਈਰਖਾ ਤੇ ਠੱਗੀ ਠੋਰੀ, ਤ੍ਰਿਸ਼ਨਾ ਤੇ ਸਭ ਰਥ ਅਸਵਾਰੀ। ਤੇ ਤ੍ਰਿਸ਼ਨਾ ਕਹਿੰਦਾ ਇਹ ਰਥਾਂ ਵਾਲੀ ਫੌਜ ਹੈ ਮੇਰੀ, ਜਿਹੜੀ ਲੋਕ ਤ੍ਰਿਸ਼ਨਾ 'ਚ ਭੱਜੇ ਫਿਰਦੇ ਨੇ। ਆ ਜਿੰਨੇ ਅਮੀਰ ਨੇ ਇਹ ਤ੍ਰਿਸ਼ਨਾ ਵਿੱਚ ਹੀ ਨੇ। ਹੁਣ ਅਮੀਰ ਆਦਮੀ ਨੂੰ ਕੀ ਫਰਕ ਪੈਂਦਾ ਹੈ? ਕਈ ਲੋਕ ਇੰਨੇ ਅਮੀਰ ਨੇ ਕਿ ਉਹਨਾਂ ਨੂੰ ਆਪਣੇ ਪੈਸਿਆਂ ਦਾ ਨਹੀਂ ਪਤਾ, ਉਹ ਪੈਸੇ ਗਿਣ ਹੀ ਨਹੀਂ ਸਕਦੇ। ਮੈਂ ਇੱਕ ਦਿਨ ਕਿਸੇ ਦੇ ਘਰ ਗਿਆ ਤੇ ਬਾਥਰੂਮ ਦੇ ਵਿੱਚ ਮੈਂ ਉਹ ਨੋਟ ਗਿਣਨ ਵਾਲੀ ਮਸ਼ੀਨ ਵੇਖੀ, ਕਿਉਂਕਿ ਸਾਡੇ ਇੱਥੇ ਲੱਗੀ ਹੋਈ ਹੈ ਗੁਰਦੁਆਰੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਰਾ ਜੀ ਵੀ ਇਹ ਕੀ? ਉਹ ਅੱਗੋਂ ਮੈਨੂੰ ਕਹਿੰਦਾ ਭਾਈ ਸਾਹਿਬ ਇੱਥੇ ਬਹਿ ਕੇ ਗਿਣੀਦੇ ਨੇ। ਵੇਖੋ ਹਾਲਾਤ ਇਹ ਨੇ ਲੋਕਾਂ ਦੇ ਵੀ ਬਾਥਰੂਮ 'ਚ ਬਹਿ ਕੇ ਨੋਟ ਗਿਣਦੇ ਨੇ ਲੋਕ। ਹੁਣ ਜੇ ਇਹਨਾਂ ਨੂੰ ਕਿਹਾ ਜਾਵੇ ਹੱਥ ਨਾਲ ਗਿਣੋ ਤੇ ਮੇਰੇ ਖਿਆਲ ਨਾਲ ਤਾਂ ਮੂੰਹ ਦਾ ਥੁੱਕ ਮੁੱਕ ਜੇ। ਇਹਨਾਂ ਕੋਲ ਇੰਨੇ ਲੋਕਾਂ ਕੋਲ ਪੈਸੇ ਨੇ। ਤੇ ਤ੍ਰਿਸ਼ਨਾ ਇਹ ਹੈ ਵੀ ਅਜੇ ਵੀ ਭੱਜੇ ਫਿਰਦੇ ਨੇ। ਵੇਖੋ ਸਾਡੇ ਤੇ ਉਹਨਾਂ ਵਿੱਚ ਬੜਾ ਫਰਕ ਹੈ। ਸਾਡੇ ਤਾਂ ਬੰਦੇ ਦੀ ਰਿਟਾਇਰਮੈਂਟ ਹੋ ਜਾਏ ਤੇ ਪਹਿਲਾਂ ਤੇ ਪਾਰਟੀ ਕਰਦਾ ਵੀ ਸ਼ੁਕਰ ਹੈ ਮਹਾਰਾਜ ਨੇ ਰਿਟਾਇਰਮੈਂਟ ਦਿੱਤੀ ਹੈ। ਤੇ ਫਿਰ ਕਦੇ ਕਿਸੇ ਪਾਰਕ ਤੇ ਬਹਿ ਜਾਏਗਾ, ਕਦੇ ਫਿਰ ਕਿਤੇ ਯਾਤਰਾ ਤੇ ਚਲਾ ਜਾਏਗਾ। ਫਿਰ ਕੋਈ ਪੁੱਛੇ ਵੀ ਤੇ ਕਹਿੰਦਾ ਨਹੀਂ ਹੁਣ ਤੇ ਆਪਣੀ ਰਿਟਾਇਰਮੈਂਟ ਦੀ ਲਾਈਫ ਹੈ, ਸੁੱਖ ਲਈਦਾ ਹੈ, ਪੈਨਸ਼ਨ ਆ ਰਹੀ ਹੈ, ਰੋਟੀ ਖਾ ਰਹੇ ਆ। ਕਦੇ ਕਿਸੇ ਅਮੀਰ ਆਦਮੀ ਨੂੰ ਪੁੱਛੋ ਵੀ ਤੇਰੀ ਪੈਨਸ਼ਨ ਕਦੋਂ ਆਉਣੀ ਹੈ। ਰਾਜਨੀਤਿਕ ਬੰਦੇ ਨੂੰ ਕਿਸੇ ਨੂੰ ਪੁੱਛ ਲਓ ਵੀ ਤੇਰੀ ਰਿਟਾਇਰਮੈਂਟ ਕਦੋਂ ਹੋਣੀ ਹੈ। ਇਹਨਾਂ ਦੀ ਨਹੀਂ ਹੋਣੀ। ਜਿਹੜੇ ਤ੍ਰਿਸ਼ਨਾ ਦੇ ਵਿੱਚ ਚਲੇ ਗਏ, ਇੱਥੇ ਕਵੀ ਜੀ ਨੇ ਲਿਖਿਆ ਮਤ ਸਰ ਨਿੰਦਾ ਪੁੰਨ ਬਟ ਪਾਰੀ ਤ੍ਰਿਸ਼ਨਾ ਤੇ ਸਭ ਰਥ ਅਸਵਾਰੀ। ਠੱਗੀ ਠੋਰੀ ਕਰਨ ਵਾਲੇ, ਈਰਖਾ ਕਰਨ ਵਾਲੇ, ਨਿੰਦਿਆ ਕਰਨ ਵਾਲੇ, ਤ੍ਰਿਸ਼ਨਾ ਵਿੱਚ ਰਹਿਣ ਵਾਲੇ। ਕੱਲ ਜੋ ਕਹਿੰਦਾ ਇਹ ਮੇਰੀ ਰਥਾਂ ਵਾਲੀ ਫੌਜ ਹੈ, ਇਹ ਨਾ ਖਲੋਤੀ ਕਦੇ। ਇਹ ਤਾਂ ਰਥਾਂ ਤੇ ਚੜੀ ਭੱਜੀ ਫਿਰਦੀ ਹੈ। ਨਿੰਦਿਆ ਕਰਨ ਵਾਲੇ ਬੰਦੇ ਨੂੰ ਵੇਖ ਲਿਓ ਜੇ, ਉਹਨੂੰ ਪੁੱਛੋ ਵੀ ਨਿੰਦਿਆ ਕੀਤਿਆਂ ਭੁੱਖ ਮਰਦੀ ਹੈ? ਉਹ ਕਹੂਗਾ ਨਹੀਂ। ਢਿੱਡ ਭਰਦਾ ਹੈ? ਕਹੂਗਾ ਨਹੀਂ। ਫਿਰ ਉਹਨੂੰ ਇਹ ਵੀ ਪੁੱਛੋ ਵੀ ਨਿੰਦਿਆ ਕਰਨ ਲਈ ਆਪਣਾ ਟਾਈਮ ਖਰਾਬ ਕਰਨਾ ਪੈਂਦਾ? ਕਹੂਗਾ ਜੀ ਬਿਲਕੁਲ ਕਰਨਾ ਪੈਂਦਾ। ਨਿੰਦਿਆ ਫੋਨ ਤੇ ਵੀ ਕਰੋਗੇ ਤੇ ਬਾਕੀ ਕੰਮ ਛੱਡ ਕੇ ਕਰੋਗੇ ਨਾ। ਨਿੰਦਿਆ ਸੁਣਨ ਤੇ ਵੀ ਕਈ ਮੇਰੇ ਵਰਗਿਆਂ ਦੀ ਤੇ ਗੱਡੀ ਲੰਘ ਜਾਂਦੀ ਹੈ ਨਿੰਦਿਆ ਸੁਣਦਿਆਂ ਸੁਣਦਿਆਂ। ਇੱਥੇ ਜਦੋਂ ਗੁਰਦੁਆਰੇ ਸਮਾਪਤੀ ਹੁੰਦੀ ਹੈ, ਤੁਸੀਂ ਕਿਸੇ ਨੂੰ ਕਹੋ ਵੀ ਖਲੋ ਜਾ, ਕਹੋਗੇ ਨਹੀਂ ਨਹੀਂ 9:30 ਕਰਫਿਊ 10 ਵਜੇ ਕਰਫਿਊ ਲੱਗ ਜਾਣਾ ਹੈ, ਮੈਂ ਘਰ ਚੱਲਿਆ। ਤੇ ਬਾਹਰ ਨਿਕਲੇ ਨੂੰ ਕਹਿ ਦਿਓ ਵੀ ਆ ਤੈਨੂੰ ਗਿਆਨੀ ਜੀ ਦੀ ਗੱਲ ਸੁਣਾਈਏ, ਫਿਰ ਭਾਵੇਂ ਕਰਫਿਊ ਛੱਡ ਕੇ ਭਾਵੇਂ ਜੋ ਮਰਜ਼ੀ ਲੰਘ ਜੇ। ਤੇ ਜੇ ਕਿਤੇ ਉਹਨੇ ਕਹਿਤਾ ਵੀ ਨਹੀਂ ਮੈਂ ਲੇਟ ਆ, ਤੇ ਫਿਰ ਫੋਨ ਤੇ ਪੁੱਛਣਗੇ ਵੀ ਤੂੰ ਗਿਆਨੀ ਜੀ ਦੀ ਗੱਲ ਸੁਣਾਈ ਤਾਂ ਹੈ ਨਹੀਂ। ਜਿੰਨਾ ਰਸ ਨਿੰਦਿਆ ਚੋਂ ਆਉਂਦਾ ਹੈ, ਇਹਨਾਂ ਰਸ ਨਾ ਗੁਰਬਾਣੀ ਚੋਂ ਆਉਂਦਾ, ਨਾ ਸਾਨੂੰ ਰੋਟੀ ਚੋਂ ਆਉਂਦਾ। ਫਲ ਫਰੂਟ ਚੋਂ ਵੀ ਨਹੀਂ ਆਉਂਦਾ। ਆਉਂਦਾ ਹੋਵੇ ਤੇ ਮੁੱਲ ਲੈ ਕੇ ਖਾ ਲਈਏ, ਕਿਉਂਕਿ ਨਿੰਦਿਆ ਮੁੱਲ ਮਿਲਦੀ ਨਹੀਂ। ਇਹ ਸਮਾਂ ਕੱਢ ਕੇ ਕਰਨੀ ਪੈਂਦੀ ਹੈ ਤੇ ਸਮਾਂ ਕੱਢ ਕੇ ਸੁਣਨੀ ਪੈਂਦੀ ਹੈ।
ਕਲਯੁਗ ਕਹਿਣ ਲੱਗਾ ਇਹ ਮੇਰੀ ਰੱਥਾਂ ਵਾਲੀ ਫੌਜ ਹੈ। ਹਾਂਜੀ, ਮਤ ਸਾਰ ਨਿੰਦਾ ਪੁਨ ਬਟ ਭਾਰੇ, ਤ੍ਰਿਸ਼ਨਾ ਤੇ ਸਭ ਰਥ ਅਸਵਾਰੇ, ਆਲਸ ਜੂਪ ਬਾਰਨੀ ਪਾਨਾ, ਦੁਰਾਚਾਰ ਸਭ ਚੜੇ ਕਿਕਾਨਾ। ਆਲਸੀ ਬੰਦੇ ਜਿਹੜੇ ਨੇ ਕਰ ਲਾਂਗੇ, ਜੁਆਰੀ ਬੰਦੇ ਜਿਹੜੇ ਨੇ ਸਾਰਾ ਦਿਨ ਹੀ ਪੱਤੇ ਸੁੱਟੀ ਜਾਂਦੇ ਨੇ, ਸ਼ਰਾਬ ਪੀਣ ਵਾਲੇ ਲੋਕ, ਦੁਰਾਚਾਰੀ ਲੋਕ ਜਿਹੜੇ ਨੇ, ਕਲਯੁਗ ਕਹਿੰਦਾ ਮੇਰੀ ਘੋੜਿਆਂ ਵਾਲੀ ਫੌਜ ਹੈ, ਇਹ ਚੜੇ ਹੀ ਰਹਿੰਦੇ ਨੇ। ਪਤਾ ਤੁਹਾਨੂੰ ਜੁਆਰੀ ਆਦਮੀ, ਜੂਏ ਵਾਲੇ, ਪੱਤੇ ਸੁੱਟਣ ਵਾਲੇ ਬੰਦੇ ਦੀ ਇੱਕ ਗੱਲ ਬੜੀ ਵਾਰੀ ਮੈਂ ਆਪ ਜੀ ਨਾਲ ਸਾਂਝੀ ਕਰਦਾ, ਮੈਂ ਵੀ ਬਜ਼ੁਰਗਾਂ ਤੋਂ ਸੁਣੀ ਸੀ। ਕਹਿੰਦੇ ਪੁੱਤ ਜੂਆ ਖੇਡਣ ਵਾਲੇ, ਤਾਸ਼ ਖੇਡਣ ਵਾਲੇ ਬੰਦੇ ਦੀ ਮਾਂ ਮਰ ਗਈ, ਤੇ ਕਿਸੇ ਨੇ ਕਿਹਾ ਕਿ ਭਾਈ ਘਰ ਆ, ਮਾਂ ਮਰ ਗਈ ਹੈ। ਕਹਿੰਦਾ 2 ਪੱਤੇ ਰਹਿ ਗਏ ਨੇ, ਸੁੱਟ ਕੇ ਆਉਣਾ। ਫਿਰ ਕੋਈ ਗਿਆ, ਕਹਿੰਦਾ ਹੁਣ ਤੇ ਆ ਜਾ, ਹੁਣ ਤੇ ਨਵਾਉਣ ਲੱਗੇ ਨੇ ਮਾਤਾ ਨੂੰ। ਕਹਿੰਦਾ 2 ਪੱਤੇ ਰਹਿ ਗਏ ਨੇ। ਆਇਆ, ਫਿਰ ਇੱਕ ਬੰਦਾ ਆਇਆ ਭੱਜ ਕੇ, ਕਹਿੰਦਾ ਹੁਣ ਤੇ ਮਾਤਾ ਫੱਟੇ ਤੇ ਪਾ ਲਈ ਹੈ, ਫੱਟਾ ਚੁੱਕਣਾ ਹੈ, ਆ ਜਾ। ਕਹਿੰਦਾ ਚੁੱਕ ਲਿਆਓ ਇੱਥੋਂ, ਮੈਂ ਨਾਲ ਛੰਨਾ। ਕਹਿੰਦਾ ਉਹ ਨਜ਼ਰ 2 ਪੱਤੇ ਹੋਰ ਸੁੱਟ ਲੈਣਾ। ਕਹਿੰਦਾ ਇੱਥੋਂ ਹੀ ਲੰਘਣਾ ਹੈ ਫੱਟਾ ਲੈ ਕੇ ਮਾਤਾ ਦਾ, ਇੱਥੋਂ ਮੈਂ ਵੀ ਰਲ ਜਾਵਾਂਗਾ ਨਾਲ। ਦੇਖੋ ਐਸੀਆਂ ਉਦਾਹਰਨਾਂ ਕਵੀ ਜੀ ਨੇ ਇੱਥੇ ਗੁਰੂ ਸਾਹਿਬ ਦੇ ਕਥਾ ਤੋਂ ਸਾਨੂੰ ਦਿੱਤੀਆਂ ਨੇ, ਕਮਾਲ ਹੈ। ਕੱਲੇ ਕੱਲੇ ਔਗਣ ਦਾ ਸੁਭਾਅ ਦੱਸਿਆ, ਸੁਭਾਅ ਕੀ ਹੈ। ਸ਼ਰਾਬੀ ਦਾ ਵੀ ਇਦਾਂ ਹੀ ਹੈ, ਰਾਤੀ ਪੀਂਦਾ ਸੌਵੇਂਗਾ, ਸਵੇਰੇ ਉੱਠ ਕੇ ਮਤ ਸੋਚਿਓ ਵੀ ਫਰਿੱਜ ਚੋਂ ਪਾਣੀ ਲੱਭਦਾ, ਪਾਣੀ ਨਹੀਂ ਲੱਭਦਾ, ਜਿਹੜੀ ਰਾਤ ਦੀ ਬਚੀ ਉਹ ਲੱਭਦਾ, ਵੀ ਜੇ ਬਚੀ ਹੈ ਤਾਂ ਉਹ ਵੀ ਚੁੱਕ ਲਵਾਂ ਮੈਂ। ਇਹ ਘੋੜਿਆਂ ਵਾਲੀ ਫੌਜ ਹੈ, ਇਹ ਚੜੀ ਰਹਿੰਦੀ ਹਰ ਵਕਤ। ਕਲਯੁਗ ਕਹਿਣ ਲੱਗਾ ਇਹ ਵੀ ਮੇਰੀ ਫੌਜ ਹੈ। ਗੁਰੂ ਜੀ ਨੇ ਪੁੱਛਿਆ ਸੀ ਨਾ ਕਿ ਜੇ ਤੂੰ ਰਾਜਾ ਹੈ ਤੇ ਫਿਰ ਤੇਰੇ ਕੋਲੇ 4 ਕਿਸਮ ਦੀ ਫੌਜ ਕਿਹੜੀ ਹੈ, ਉਹਨੇ ਦੱਸ ਦਿੱਤੀ। ਕਹਿੰਦਾ ਜੀ ਇਹ ਘੋੜਿਆਂ ਵਾਲੀ ਹੈ, ਇਹ ਰੱਥਾਂ ਵਾਲੀ ਹੈ। ਹਾਂਜੀ, ਮਮਤਾ ਬਿਸ਼ਯਨ ਆਸ਼ਾ ਜੋਏ, ਚੋਰੀ ਪੈਦਰ ਲਖੀਐ ਸੋਏ। ਮਮਤਾ, ਵਿਸ਼ੇ ਵਕਾਰ ਤੇ ਆਸ, ਹਰ ਵਕਤ ਆਸ ਹੈ। ਇੱਥੋਂ ਆ ਮਿਲ ਜਾਏਗਾ, ਉੱਥੋਂ ਉਹ ਮਿਲ ਜਾਏਗਾ, ਇੱਥੋਂ ਆ ਹੋ ਜਾਏਗਾ, ਉੱਥੋਂ ਉਹ ਹੋ ਜਾਏਗਾ। ਸਤਿਗੁਰੂ ਨੇ ਬਾਣੀ 'ਚ ਲਿਖਿਆ ਆਸਾਂ ਲੱਗ ਜੀਵ ਤੇ ਜੀਓ। ਹੁਣ ਇਹ ਜਿਹੜੇ ਲੋਕ ਨੇ ਇਹ ਕਿੱਦਾਂ ਦੀ ਫੌਜ ਹੈ? ਕਹਿੰਦੇ ਇਹ ਜਿਹੜੇ ਚੋਰ ਨੇ, ਮਮਤਾ ਵਾਲੇ ਲੋਕ ਨੇ, ਵਿਸ਼ੇ ਵਕਾਰਾਂ ਵਾਲੇ ਲੋਕ ਨੇ, ਇਸ਼ਾਵਾਂ ਵਾਲੇ ਲੋਕ ਨੇ। ਕਲਯੁਗ ਕਹਿੰਦਾ ਜੀ ਇਹ ਮੇਰੀ ਪੈਦਲ ਫੌਜ ਹੈ, ਇਹਨੂੰ ਘੋੜਿਆਂ ਰੱਥਾਂ ਦੀ ਵੀ ਲੋੜ ਨਹੀਂ ਹੈ, ਇਹ ਦਿਨ ਰਾਤ ਹੀ ਤੁਰੀ ਜਾਂਦੀ ਹੈ। ਹਾਂਜੀ, ਔਰ ਗਣਨ ਕਹਿ ਲਗ ਕਰੋ, ਜੋ ਚਤੁਰੰਗਨ ਸੈਨ। ਕਹਿਣ ਲੱਗਾ ਜੀ ਬਾਕੀ ਫੌਜ ਕੀ ਗਿਣਨੀ ਹੈ? 4 ਤਰ੍ਹਾਂ ਦੀ ਤੇ ਗਿਣਤੀ ਮੈਂ ਤੁਹਾਨੂੰ। ਹਾਂਜੀ, ਚੜ ਦੌੜੈ ਦਿਸ਼ ਦਿਸ਼ਾ ਕੋ, ਮਾਰ ਕਰੇ ਬਿਨ ਚੈਨ। ਤੇ ਇਹ 4 ਤਰ੍ਹਾਂ ਦੀ ਫੌਜ ਜਿਹੜੇ ਪਾਸੇ ਚੜ੍ਹਦੀ ਹੈ ਕਿ ਉਹ ਬਚਦਾ ਕੁਛ ਨਹੀਂ ਹੈ। ਨਿੰਦਕ ਵੀ ਆ ਗਏ, ਚੋਰ ਵੀ ਆ ਗਏ, ਬਟਪਾਰ ਵੀ ਆ ਗਏ, ਅੱਗੋਂ ਕੀ ਬਚੇਗਾ? ਆਮ ਜਿਹੜੀ ਸਾਡੇ ਘਰ ਵਿੱਚ ਪੁਲਿਸ ਆਉਂਦੀ ਹੈ, ਫੌਜ ਆਉਂਦੀ ਹੈ, ਜਿਹੜੇ ਹਮਲਾਵਰ ਆਉਂਦੇ ਨੇ, ਉਹ 2-4 ਚੀਜ਼ਾਂ ਲੱਭਣ ਆਉਂਦੇ ਨੇ। ਵੇਖੋ ਬਾਹਰਲੇ ਮੁਲਕਾਂ 'ਚ ਮੈਂ ਵੇਖਿਆ ਵੀ ਇੱਦਾਂ ਦੇ ਵੀ ਚੋਰ ਆਉਂਦੇ ਨੇ, ਉਹਨਾਂ ਕੋਲੇ ਮੈਟਲ ਡਿਟੈਕਟਰ ਹੁੰਦੇ ਨੇ, ਉਹ ਤੁਹਾਡਾ ਸਾਰਾ ਘਰ ਫਿਰਦੇ ਨੇ। ਉਹ ਲੱਭ ਲੈਂਦੇ ਨੇ ਵੀ ਸੋਨਾ ਕਿੱਥੇ, ਉਹਨਾਂ ਨੂੰ ਪਤਾ ਇੰਡੀਅਨ ਲੋਕਾਂ ਦੇ ਘਰ 'ਚ ਸੋਨਾ ਹੁੰਦਾ, ਬਾਕੀ ਚੀਜ਼ਾਂ ਨਹੀਂ ਛੇੜਦੇ। ਪਰ ਕਈ ਚੋਰ ਇੱਦਾਂ ਦੇ ਵੀ ਹੁੰਦੇ ਨੇ ਵੀ ਉਹ ਤੁਹਾਡੇ ਘਰ ਦੇ ਬਦਾਮ ਵੀ ਲੈ ਜਾਣਗੇ, ਤੁਹਾਡੇ ਘਰ ਦੇ ਮਿਰਚ ਮਸਾਲੇ ਵੀ ਚੁੱਕ ਕੇ ਲੈ ਜਾਣਗੇ। ਘਟੀਆ ਜੇ ਇੱਦਾਂ ਦੇ ਵੀ ਹੁੰਦੇ ਨੇ। ਚੋਰਾਂ ਦੀਆਂ ਵੀ ਤੇ ਕਈ ਜਾਤੀਆਂ, ਕਈ ਕਿਸਮਾਂ ਨੇ। ਕਲਯੁਗ ਕਹਿੰਦਾ ਵੀ ਮੇਰੀ ਫੌਜ ਕਈ ਕਿਸਮ ਦੀ ਹੈ, ਇਸ ਕਰਕੇ ਜਿਸ ਘਰ ਵਿੱਚ ਵੜ ਜਾਏ ਉੱਥੇ ਕੁਛ ਨਹੀਂ ਬਚਦਾ। ਪੈਦਲ ਵੀ ਹੈ, ਘੋੜਸਵਾਰ ਵੀ ਹੈ,
ਰੱਥਾਂ ਵਾਲੀ ਵੀ, ਹਾਥੀਆਂ ਵਾਲੀ ਵੀ, ਇੱਥੇ ਕੀ ਬਚਣਾ ਹੈ? ਜਿਹੜਾ ਬੰਦਾ ਜਿੱਦਾਂ ਢਾਇਆ ਗਿਆ ਇਹਨਾਂ ਨੇ ਉਦਾਂ ਹੀ ਢਾ ਲੈਣਾ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਪਰਸੋਂ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ, ਕਿਉਂਕਿ ਕੱਲ ਖਾਲਸੇ ਦਾ ਸਾਜਨਾ ਦਿਵਸ, ਵਿਸਾਖੀ ਦਾ ਪੁਰਬ ਹੈ। ਮਹੀਨੇ ਦੀ ਕਥਾ ਵੀ ਹੋਏਗੀ ਤੇ ਖਾਲਸੇ ਦਾ ਇਤਿਹਾਸ ਵੀ ਆਪਾਂ ਸੁਣਾਂਗੇ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।